ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਦਿੱਲੀ ਦੇ ਵਿੱਚ 26 ਜਨਵਰੀ ਦੇ ਇਤਿਹਾਸਕ ਦਿਨ ਦੇ ਉੱਤੇ ਕਿਸਾਨਾਂ ਦੇ ਵੱਲੋਂ ਟਰੈਕਟਰ ਪਰੇਡ ਕੱਢੀ ਗਈ। ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇਸ਼ ਨੂੰ ਸੰਬੋਧਨ ਕਰਦੇ ਰਹੇ। ਇਸ ਸਭ ਦੇ ਵਿਚਾਲੇ ਕਈ ਥਾਵਾਂ ਤੋਂ ਤਸਵੀਰਾਂ ਇਹੋ ਜਿਹੀਆਂ ਆਈਆਂ ਜਿੱਥੇ ਪੁਲਿਸ ਦੇ ਨਾਲ ਝੜਪ ਵੀ ਹੋਈ। ਪੁਲਿਸ ਨੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਵੀ ਕੀਤਾ। ਜਵਾਬੀ ਜਿਹੜਾ ਕਿਸਾਨਾਂ ਵੱਲੋਂ ਵੀ ਉਸ ਦਾ ਜਵਾਬ ਦਿੱਤਾ ਗਿਆ। ਉਹ ਸਾਰੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਹੁਣ ਅੱਗੇ ਦੀਆਂ ਸੰਭਾਵਨਾਵਾਂ ਕੀ ਨੇ, ਹੁਣ ਕੀ ਹੋਏਗਾ ਇਸ ਤੋਂ ਬਾਅਦ, ਉਸ ਸਭ ਦੇ ਉੱਤੇ ਗੱਲਬਾਤ ਕਰਾਂਗੇ। ਦੂਜੇ ਪਾਸੇ ਪਾਰਲੀਮੈਂਟ ਨੂੰ ਘੇਰਨ ਦੀ ਜਿਹੜੀ ਤਿਆਰੀ ਹੈ ਕਿਸਾਨਾਂ ਦੀ, ਉਹ ਵੀ ਨਾਲੋਂ ਨਾਲ ਕੀਤੀ ਜਾ ਰਹੀ ਹੈ। ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਸਟੇਜ ਦੇ ਉੱਤੇ ਨੌਜਵਾਨਾਂ ਦੇ ਵੱਲੋਂ ਕੱਲ ਜੋ ਕੁਝ ਤਸਵੀਰਾਂ ਉੱਥੋਂ ਸਾਹਮਣੇ ਆਈਆਂ ਕਿ ਨੌਜਵਾਨ ਕਹਿੰਦੇ ਸੀ ਕਿ ਰਿੰਗ ਰੋਡ ਵੱਲ ਚੱਲੋ, ਜਾਂ ਉਸ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲ ਨੂੰ ਕਿਹਾ ਗਿਆ ਕਿ ਉਸ ਪਾਸੇ ਜਾ ਕੇ ਜਿਹੜੇ ਚਾਹੁੰਦੇ ਨੇ ਕਿ ਰਿੰਗ ਰੋਡ ਜਾਣਾ ਆ ਤਾਂ ਉਹ ਜਾ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਰਲ ਸਕਦੇ ਨੇ। ਇਹੋ ਜਿਹੀਆਂ ਖਬਰਾਂ ਬਹੁਤ ਸਾਹਮਣੇ ਆਈਆਂ ਤੇ ਅੱਜ ਦੀਆਂ ਜੋ ਤਸਵੀਰਾਂ ਅਸੀਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਰੋਕਣ ਦੇ ਲਈ ਦਿੱਲੀ ਪੁਲਿਸ ਦੀਆਂ ਜਿੰਨੀਆਂ ਵੀ ਤਿਆਰੀਆਂ ਸਾਰੀਆਂ ਫੇਲ ਹੋ ਗਈਆਂ। ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ, ਇੱਕ ਝਾਤ ਪਾਵਾਂਗੇ ਕਿ ਕਿਸ ਤਰ੍ਹਾਂ ਦਾ ਕਿਸਾਨੀ ਅੰਦੋਲਨ ਅੱਗੋਂ ਰਹਿਣ ਵਾਲਾ ਹੈ, ਇਸ ਦੇ ਸਿਆਸੀ ਜਿਹੜੇ ਨਤੀਜੇ ਉਹ ਕੀ ਨਿਕਲ ਸਕਦੇ ਨੇ। ਮੇਰੇ ਨਾਲ ਇਸ ਸਭ ਦੇ ਉੱਤੇ ਗੱਲਬਾਤ ਕਰਨ ਲਈ ਸਿਆਸੀ ਮਾਹਰ ਪ੍ਰੋਫੈਸਰ ਰਣ ਸਿੰਘ ਮੌਜੂਦ ਨੇ। ਸਰ, ਤੁਹਾਡਾ ਸਵਾਗਤ ਹੈ ਲੋਕਰਾਣ ਚੈਨਲ। ਧੰਨਵਾਦ ਜੀ, ਧੰਨਵਾਦ ਸਾਰੇ ਸਰੋਤਿਆਂ ਨੂੰ ਜੀ। ਸਰ, ਸਭ ਤੋਂ ਪਹਿਲਾਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਉਹ ਤੁਸੀਂ ਉਸ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ ਕਿ ਕਿਸਾਨਾਂ ਦੇ ਨਾਲ ਪੁਲਿਸ ਦੀ ਝੜਪ ਹੁੰਦੀ ਹੈ? ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਇਸ ਦੀ ਇੱਕ ਤਾਂ ਜਿਹੜੀ ਹਿੰਸਕ ਝੜਪ ਹੁੰਦੀ ਹੈ, ਚਾਹੇ ਉਹ ਕਿਸਾਨਾਂ ਵੱਲੋਂ ਕੋਈ ਹਿੰਸਾ ਕੀਤੀ ਜਾਂਦੀ ਹੈ ਜਾਂ ਪੁਲਿਸ ਵੱਲੋਂ ਹੋ ਰਹੀ ਹੈ, ਇਹਦੀ ਮੈਂ ਪੁਰਜ਼ੋਰ ਨਿੰਦਾ ਕਰਦਾ, ਮੈਂ ਇਹਦੇ ਹੱਕ 'ਚ ਨਹੀਂ। ਦੂਸਰਾ, ਮੈਨੂੰ ਇਹ ਲੱਗ ਰਿਹਾ ਹੈ ਕਿ ਵੀ ਇਹ ਸਾਰੀ ਸਿਚੁਏਸ਼ਨ ਜਿਹੜੀ ਹੈਂਡਲਿੰਗ ਦੇ ਵਿੱਚ ਇਹਦੀ ਜ਼ਿੰਮੇਵਾਰੀ ਸਰਕਾਰ 'ਤੇ ਵੀ ਫਿਕਸ ਹੋਊਗੀ। ਸਰਕਾਰ ਇਸ ਗੱਲ ਤੋਂ ਭੱਜ ਨਹੀਂ ਸਕਦੀ। ਜਦੋਂ ਆਪਾਂ ਜ਼ਿੰਮੇਵਾਰੀਆਂ ਫਿਕਸ ਕਰਾਂਗੇ, ਜਿੱਥੇ ਕਿਸਾਨਾਂ ਦੀ ਵੀ ਜ਼ਿੰਮੇਵਾਰੀ ਹੋਏਗੀ ਉਹਦੀ ਲੀਡਰਸ਼ਿਪ ਦੀ, ਤਾਂ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ। ਇਹਦੇ ਵਿੱਚ ਸਰਕਾਰੀ ਪੱਖ ਤੋਂ ਮੈਨੂੰ ਜੋ ਲੱਗ ਰਿਹਾ 2-3 ਵੱਡੀਆਂ ਗਲਤੀਆਂ ਹੋਈਆਂ ਹੈ। ਪਹਿਲੀ ਗਲਤੀ, ਇੱਕ ਇਹਦਾ ਅਹਿਸਾਸ ਮੈਨੂੰ ਇਹ ਹੋ ਰਿਹਾ ਹੈ ਕਿ ਸ਼ਾਇਦ ਸਰਕਾਰ ਹੈ ਜਿਹੜੀ ਉਹ ਇੰਟੈਲੀਜੈਂਸ ਤੇ ਜਿਹੜੀਆਂ ਸਿਕਿਉਰਿਟੀ ਫੋਰਸਿਸ ਨੇ, ਪੁਲਿਸ ਫੋਰਸਿਸ ਨੇ, ਮੇਰਾ ਖਿਆਲ ਉਹਨਾਂ ਦੀ ਗੱਲ ਸੁਣ ਨਹੀਂ ਰਹੀ। ਕਿਉਂਕਿ ਮੈਂ ਇਸ ਗੱਲ 'ਤੇ ਸਹਿਮਤ ਨਹੀਂ ਹੈਗਾ ਕਿ ਇੰਟੈਲੀਜੈਂਸ ਨੇ ਰਿਪੋਰਟਾਂ ਨਹੀਂ ਦਿੱਤੀਆਂ ਹੋਣਗੀਆਂ। ਸਾਡੀ ਇੰਟੈਲੀਜੈਂਸ ਐਡੀ ਮਾੜੀ ਹੋਵੇ ਕਿ ਸਰਕਾਰ ਨੂੰ ਇਹ ਦੱਸਿਆ ਨਾ ਹੋਵੇ ਉਹਨੇ ਕਿ ਕਿੰਨਾ ਕੁ ਇਕੱਠ ਹੋ ਜਾਏਗਾ, ਕੀ ਸਿਚੁਏਸ਼ਨ ਰਹੇਗੀ। ਮੈਂ ਇਹਦੇ ਹੱਕ 'ਚ ਨਹੀਂ ਹੈਗਾ। ਇਸ ਅੰਦੋਲਨ ਦਾ ਇੱਕ ਜਿਹੜਾ ਪੂਰੀ ਦੁਨੀਆ ਦੇ ਅੰਦੋਲਨਾਂ ਨਾਲੋਂ ਪਹਿਲੀ ਵਾਰੀ ਮੇਰੀ ਉਮਰ 'ਚ ਮੈਂ ਦੇਖ ਰਿਹਾ ਇੱਕ ਵੱਖਰਾ ਰੂਪ। ਅਸੀਂ ਵੀ ਵਿਦਿਆਰਥੀ ਜੀਵਨ ਦੇ ਵਿੱਚ ਜਦੋਂ ਅੰਦੋਲਨਾਂ ਜਾਂਦੇ ਸੀ ਤਾਂ ਸਾਨੂੰ ਸਭ ਤੋਂ ਵੱਡਾ ਡਰ ਇਹ ਹੁੰਦਾ ਸੀ ਕਿ ਘਰ ਨਾ ਪਤਾ ਲੱਗ ਜੇ ਕਿਤੇ, ਤੇ ਸਾਨੂੰ ਘਰੋਂ ਐਡਾ ਦਬਾਅ ਹੁੰਦਾ ਸੀ ਕਿ ਤੁਹਾਨੂੰ ਪੜ੍ਹਨ ਲਈ ਭੇਜਿਆ ਕਿ ਅੰਦੋਲਨ ਕਰਨ ਲਈ। ਇਹ ਪਹਿਲਾ ਅੰਦੋਲਨ ਹੈ ਜਿੱਥੇ ਫਾਦਰ ਤੇ ਬੱਚੇ ਇਕੱਠੇ ਜਾ ਰਹੇ ਨੇ, ਇੱਕ ਦੂਜੇ ਨੂੰ ਕੋਈ ਰੋਕ ਨਹੀਂ ਰਿਹਾ ਕਿ ਤੂੰ ਅੰਦੋਲਨ 'ਚ ਨਾ ਜਾ। ਸੋ ਆਜ਼ਾਦੀ ਦਾ ਅੰਦੋਲਨ ਅਸੀਂ ਨਹੀਂ ਦੇਖਿਆ। ਲੋਕੀ ਕਹਿੰਦੇ ਨੇ ਕਿ ਆਜ਼ਾਦੀ ਦੇ ਅੰਦੋਲਨ 'ਚ ਵੀ ਡਾਂਡੀ ਮਾਰਚ ਦੀ ਜਿਹੜੀ ਇੱਦਾਂ ਦੀ ਉਦਾਹਰਣ ਸੀ, ਤੇ ਉਸ ਤੋਂ ਬਾਅਦ ਜਿਹੜਾ ਟਰੈਕਟਰ ਮਾਰਚ ਹੈ ਇਹ ਡਾਂਡੀ ਮਾਰਚ ਦਾ ਨਵਾਂ ਰੂਪ ਲੋਕੀ ਇਹਨੂੰ ਕਈ ਇੱਦਾਂ ਵੇਖਦੇ ਆ। ਜਿਹੜਾ ਸਰਕਾਰ ਦਾ ਫੇਲੂਅਰ ਇਹ ਹੈ ਕਿ ਜਦੋਂ ਸਰਕਾਰ ਨੂੰ ਇੰਟੈਲੀਜੈਂਸ ਰਾਹੀਂ ਇਹ ਜ਼ਰੂਰ ਪਤਾ ਹੋਵੇਗਾ ਕਿ ਐਡਾ ਵੱਡਾ ਇਕੱਠ ਹੋ ਜਾਣਾ ਹੈ, ਤੇ ਉਸ ਤੋਂ ਪਹਿਲਾਂ 4 ਦਿਨ ਪਹਿਲਾਂ 5 ਦਿਨ ਪਹਿਲਾਂ ਸਰਕਾਰ ਇਹ ਕਹਿ ਦੇਵੇ ਵੀ ਅਸੀਂ ਤਾਂ ਗੱਲ ਨਹੀਂ ਕਰਨੀ, ਜੇ ਤੁਸੀਂ ਮੰਨਣਾ ਮੰਨੋ, ਤੇ ਅਸੀਂ ਫਾਰਮੂਲਾ ਦੇਤਾ, ਇਸ ਤੋਂ ਅੱਗੇ ਅਸੀਂ ਗੱਲ ਨਹੀਂ ਕਰਨੀ। ਤੇ ਨਾਲ ਇਹ ਸੰਕੇਤ ਦੇਤਾ ਕਿ ਅੱਗੇ ਤੁਸੀਂ ਗੱਲਬਾਤ ਵੀ ਤੋੜਤੀ। ਕਿਤੇ ਨਾ ਕਿਤੇ ਗੱਲ ਨੂੰ ਲਮਕਦੀ ਇਹ ਸੰਦੇਸ਼ ਵੀ ਤਾਂ ਦਿੱਤਾ ਜਾ ਸਕਦਾ ਸੀ ਕਿ ਦੇਖੋ ਆਪਾਂ ਐਂ ਕਰੋ, ਆਜ਼ਾਦੀ ਦਾ ਜਿਹੜਾ ਦਿਵਸ ਹੈ, ਇਹ ਪੁਰਬ ਹੈ, ਇਹ ਬਹੁਤ ਜ਼ੋਰਾਂ ਸ਼ੋਰਾਂ ਨਾਲ ਆ ਰਿਹਾ ਹੈ। ਹਾਲਾਤ ਚੰਗੇ ਰੱਖਣ ਲਈ ਕਿ ਤੁਸੀਂ ਵੀ ਮਨਾਓ, ਅਸੀਂ ਵੀ ਮਨਾਓ, ਆਪਾਂ ਇਕੱਠਾ ਹੋ ਕੇ ਮਨਾਈਏ, ਤੇ ਇਸ ਤੋਂ ਬਾਅਦ ਕਿਉਂ ਨਾ ਇਹ ਮਸਲੇ ਨੂੰ ਹੱਲ ਕਰ ਲਈਏ। ਮਤਲਬ ਇਸ ਤੇ ਸਰਕਾਰ ਦਾ ਜਿਹੜਾ ਇਹ ਸੰਦੇਸ਼ ਦੇਣਾ। ਔਰ ਦੂਸਰਾ, ਜਿਹੜੀ ਉਹ ਲਾਸਟ ਗੱਲਬਾਤ ਹੋਈ ਉਹ 'ਚ ਸਰਕਾਰ ਵੱਲੋਂ ਇਹ ਸੰਦੇਸ਼ ਦੇਣਾ ਕਿ ਉਹਨਾਂ ਨੇ ਕਿਸਾਨਾਂ ਦੇ ਨਾਲ ਬਦਤਮੀਜ਼ੀ ਵੀ ਕੀਤੀ। ਰੁਲਦੂ ਸਿੰਘ ਦੀ ਤਾਂ ਬਿਲਕੁਲ ਅਖਬਾਰ 'ਚ ਹੀ ਆ ਗਈ। ਤੇ ਜਿਹੜੀ ਅੰਦਰ ਗੱਲਬਾਤ ਹੋਈ ਉਹ ਵੀ 10 ਮਿੰਟ ਦੀ ਗੱਲਬਾਤ ਤੋਂ ਮੰਤਰੀ ਉੱਠ ਕੇ ਬਾਹਰ ਚਲੇ ਗਏ। ਉਹ ਵੀ ਕੋਈ ਇਸ ਤਰ੍ਹਾਂ ਨਹੀਂ ਗਈ ਕਿ ਇਹ ਸੁਖਾਵੀਂ ਗੱਲਬਾਤ ਸੀ, ਉਹ ਦੰਦੀਆਂ ਚੜਾਉਣ ਵਾਲੀ ਗੱਲ ਸੀ। ਔਰ ਇਹਦੇ ਨਾਲ ਜ਼ਰੂਰੀ ਹੈ, ਜਿਹੜੇ ਇਸ ਤੋਂ ਪਹਿਲਾਂ ਵੀ ਅੰਦੋਲਨ ਹੋਏ, ਮੈਂ ਉਹਨਾਂ ਨੂੰ ਵੀ ਜ਼ਿੰਮੇਵਾਰ ਸਮਝਦਾ ਕਿ ਉਹਨਾਂ ਕਰਕੇ ਇਹ ਸਰਕਾਰ ਨੇ ਇੱਕ ਆਪਦਾ ਪੈਂਤੜਾ ਬਣਾ ਲਿਆ। ਸਾਰੀ ਪਬਲਿਕ ਨੂੰ ਇਹ ਸਮਝ 'ਚ ਆ ਰਹੀ ਹੈ ਕਿ ਇਹ ਸਰਕਾਰ ਇਸ ਤਰ੍ਹਾਂ ਹੀ ਕਰੇਗੀ। ਮਤਲਬ ਸਰਕਾਰ ਦਾ ਜਿਹੜਾ ਜ਼ਿੰਮੇਵਾਰੀ ਵਾਲਾ ਵਰਤਾਓ ਹੈ ਉਹ ਸਾਹਮਣੇ ਨਹੀਂ ਆ ਰਿਹਾ। ਉਸ ਤੋਂ ਪ੍ਰਤੱਖ ਹੈ, ਮੈਨੂੰ ਲੱਗਦਾ ਸੀ ਕਿ ਇਸ ਦੇ ਵਿੱਚ ਥੋੜ੍ਹੀ ਬਹੁਤੀ ਜਿਹੜੀ ਗੁੱਸਾ ਜਾਂ ਰੋਸ ਝਲਕੇਗਾ, ਔਰ ਉਹ ਝਲਕਿਆ। ਪਰ ਉਹਦੇ ਬਾਵਜੂਦ ਮੈਨੂੰ ਲੱਗਦਾ ਨਹੀਂ, ਐਡੇ ਵੱਡੇ ਅੰਦੋਲਨਾਂ 'ਚ ਥੋੜ੍ਹਾ ਬਹੁਤਾ ਕੰਮ ਹੋ ਜਾਂਦਾ ਹੈ, ਕਿਤੇ ਨਾ ਕਿਤੇ ਗਲਤੀਆਂ ਹੋ ਜਾਂਦੀਆਂ ਨੇ, ਕੁਛ ਤੱਤੀ ਸੋਚ ਵਾਲੇ ਲੋਕ ਹੁੰਦੇ ਨੇ।
ਪੁਲਿਸ ਵੱਲੋਂ ਮੈਨੂੰ ਲੱਗਦਾ ਹੈ ਕਿ ਜ਼ਿੰਮੇਵਾਰੀ ਵਾਲਾ ਜਿਹੜਾ ਰੋਲ ਹੈ ਉਹ ਨਿਭਾਇਆ ਜਾ ਰਿਹਾ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਪੁਲਿਸ ਨੂੰ ਜਾਂ ਪੁਲਿਸ ਆਫੀਸਰਸ ਨੂੰ ਡਿਸੀਜਨ ਡਿਕਟੇਟ ਕੀਤੇ ਜਾਂਦੇ ਨੇ, ਉਹਦੀ ਗੱਲ ਸੁਣ ਕੇ ਉਹਨਾਂ ਦੀ ਨਾ ਸਲਾਹ ਨਾਲ ਨਹੀਂ ਕੀਤੇ ਜਾਂਦੇ ਜੋ ਉਹ ਸਹੀ ਰਸਤਾ ਦਿੰਦੇ ਹੋਣ ਕਿ ਇਹਦੇ ਵਿੱਚ ਆਹ ਹੱਲ ਹੈ। ਮੈਨੂੰ ਇਹ ਲੱਗ ਰਿਹਾ ਕਿਉਂਕਿ ਜਿਹੜਾ ਪੁਲਿਸ ਨੇ ਵੀ ਕਿਸਾਨਾਂ ਨੂੰ 5-6 ਮੀਟਿੰਗਾਂ 'ਚ ਇਰੀਟੇਟ ਕੀਤਾ ਹੈ ਕਿ ਇੱਧਰ ਨਹੀਂ ਜਾਣਾ, ਇੱਧਰ ਚਲੇ ਜਾਓ। ਜੇ ਸਾਰਾ ਕੁਝ ਪਹਿਲਾਂ ਇੱਕ ਆਸ ਬੁਝਾਈ ਹੁੰਦੀ, ਕਿਉਂਕਿ ਕਿਸਾਨ ਕਹਿੰਦੇ ਰਹੇ ਕਿ ਅਸੀਂ ਰਿੰਗ ਰੋਡ ਤੇ ਜਾਵਾਂਗੇ। ਉਹ ਕਿਉਂ ਕਹਿੰਦੇ ਰਹੇ? ਕਿਉਂਕਿ ਪਹਿਲੇ ਦਿਨ ਪੁਲਿਸ ਉਹਨਾਂ ਨੂੰ ਕੋਈ ਰਾਹ ਨਹੀਂ ਫੜਾ ਰਹੀ ਸੀ। ਕੱਲ ਮੀਟਿੰਗ ਕਰਾਂਗੇ, ਪਰਸੋਂ ਮੀਟਿੰਗ ਕਰਾਂਗੇ। ਉਹ ਜਿਹੜੀ ਡਿਲੇ ਸਰਕਾਰ ਦੇ ਪੱਧਰ ਤੇ ਹੋਈ ਹੈ, ਇਹ ਮੇਰੇ ਖਿਆਲ 'ਚ ਉਹਦੀ ਰਿਫਲੈਕਸ਼ਨ ਹੈ। ਮੈਂ ਇਹਨੂੰ ਇੱਦਾਂ ਸਮਝਦਾ। ਪ੍ਰੋਫੈਸਰ ਸਾਹਿਬ, ਲੱਗਦਾ ਇੱਦਾਂ ਨਹੀਂ ਕਿ ਉਹੀ ਗੱਲ ਜਿਹੜੀ ਸ਼ੁਰੂ ਤੋਂ ਕਿਸਾਨ ਕਹਿੰਦੇ ਆਏ ਨੇ ਕਿ ਇੱਕ ਤਾਨਾਸ਼ਾਹੀ ਵਾਲਾ ਰਵੱਈਆ, ਜਿਸ ਦੇ ਕਾਰਨ ਨੌਜਵਾਨਾਂ ਨੂੰ ਵੀ ਸੰਭਾਲਣਾ ਜਿਹੜਾ ਔਖਾ ਹੋ ਗਿਆ। ਆਪਾਂ ਦੇਖਿਆ ਕਿ ਕੱਲ ਸਟੇਜ ਦੇ ਉੱਤੇ ਨੌਜਵਾਨਾਂ ਨੇ ਆ ਕੇ ਜੋ ਉੱਥੇ ਮੰਗ ਕੀਤੀ ਕਿ ਆਪਾਂ ਰਿੰਗ ਰੋਡ ਵਾਲੇ ਪਾਸੇ ਕਿਉਂ ਨਹੀਂ ਜਾਂਦੇ, ਸਰਕਾਰ ਦੀ ਗੱਲ ਹਰ ਪਾਸੇ ਕਿਉਂ ਮੰਨ ਰਹੇ ਆ, ਤਾਂ ਕਿਤੇ ਨਾ ਕਿਤੇ ਹਤਾਸ਼ ਹੋ ਕੇ ਸਾਰੇ ਜਿਹੜੇ ਉਹ ਹੁਣ ਜਾ ਕੇ, ਜਿਵੇਂ ਹੁਣ ਲਾਲ ਕਿਲੇ ਦੇ ਬਾਹਰ ਵੀ ਜਿਹੜੇ ਕਿਸਾਨ ਪਹੁੰਚ ਗਏ, ਹਰ ਪਾਸਿਓਂ ਜਿਹੜਾ ਦਿੱਲੀ ਨੂੰ ਚੌ ਪਾਸਿਓਂ ਘੇਰਾ ਪਾਇਆ ਹੋਇਆ ਹੈ। ਇਸ ਸਭ ਨੂੰ ਕਿੱਦਾਂ ਦੇਖਦੇ ਹੋ ਕਿ ਸਰਕਾਰ ਨੂੰ ਇਸ ਵਤੀਰੇ ਤੋਂ ਮਤਲਬ ਕਿ ਪਾਸਾ ਪਲਟਣ ਦੇ ਲਈ ਇੱਕ ਪਾਸੇ ਇੱਕ ਨਰਮ ਵਤੀਰਾ ਰੱਖ ਲੈਣ? ਹਾਲੇ ਵੀ ਜਿਹੜੇ ਤੋਮਰ ਸਾਹਿਬ ਦੇ ਬਿਆਨ ਇਹੀ ਆ ਰਹੇ ਨੇ ਕਿ ਜਿਹੜਾ ਅਸੀਂ ਪ੍ਰਸਤਾਵ ਰੱਖਿਆ ਉਹਦੇ ਉੱਤੇ ਗੱਲਬਾਤ ਕਰੋ, ਅੰਦੋਲਨ ਕਰਨ ਦਾ ਹੱਕ ਹੈ। ਕਦੋਂ ਤੱਕ ਕਿਸਾਨ ਇਸ ਤਰ੍ਹਾਂ ਕਰਦੇ ਰਹਿਣਗੇ? ਇਹਦੇ ਵਿੱਚ ਮੈਨੂੰ ਸਭ ਤੋਂ ਵੱਡੀ ਕਿਤੇ ਜਿਹੜੀ ਭੂਮਿਕਾ ਹੈ ਸਰਕਾਰ ਦੀ, ਉਹ 'ਚ ਇਹ ਵੱਡੀ ਗਲਤੀ ਲੱਗ ਰਹੀ ਹੈ। ਦੇਖੋ, ਅੰਦੋਲਨ ਮੈਂ ਵੀ ਦੇਖੇ ਨੇ, ਅੰਦੋਲਨਾਂ ਵਿੱਚ ਇੱਦਾਂ ਹੁੰਦਾ ਹੈ ਜਿਹੜੀ ਐਡੀ ਵੱਡੀ ਇਕੱਠ ਨੂੰ ਸਾਂਭਣਾ ਲੀਡਰਸ਼ਿਪ ਲਈ ਇੰਨਾ ਸੌਖਾ ਕੰਮ ਨਹੀਂ ਹੁੰਦਾ। ਪਰ ਇਹਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਨੂੰ ਇਨਫੋਰਮਲ ਤਰੀਕੇ ਨਾਲ ਜਿਹੜੇ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਬਿਨਾਂ ਕਮੇਟੀਆਂ ਡਿਸਕਸ ਕੀਤੇ, ਜਿਵੇਂ ਤੋਮਰ ਸਾਹਿਬ ਨੇ ਉਸ ਦਿਨ ਕਿਹਾ ਸੀ, ਉਹ ਗੱਲ ਜਿਹੜੀ ਤੋੜੀ ਹੈ, ਉਹ ਮਾੜੀ ਗੱਲ ਕੀਤੀ ਹੈ। ਉਹਦੇ ਨਾਲ ਇਨਫੋਰਮਲ ਤਰੀਕੇ ਨਾਲ ਕਿਤੇ ਨਾ ਕਿਤੇ ਲੀਡਰਸ਼ਿਪ ਨਾਲ ਗੱਲ ਰੱਖਣੀ ਚਾਹੀਦੀ ਸੀ, ਜਿਹਦੇ ਨਾਲ ਲੀਡਰਸ਼ਿਪ ਪਹਿਲਾਂ ਅੰਦੋਲਨਕਾਰੀਆਂ ਨੂੰ ਇੱਕ ਆਸ ਵਧਾਉਂਦੀ ਕਿ ਆਪਾਂ ਆਹ ਕੰਮ ਕਰਾਂਗੇ, ਆਪਾਂ ਇਸ ਰਸਤੇ ਤੋਂ ਜਾਵਾਂਗੇ। ਉਹਦੇ ਵਿੱਚ ਜਿਹੜਾ ਸਰਕਾਰ ਨੇ ਜਥੇਬੰਦੀਆਂ ਨੇ ਪਹਿਲੇ ਦਿਨ ਤੋਂ ਐਲਾਨ ਕੀਤਾ ਕਿ ਅਸੀਂ ਰਿੰਗ ਰੋਡ ਤੇ ਮਾਰਚ ਕਰਾਂਗੇ, ਤੇ ਨਿੱਚ ਕੁਦਰਤੀ ਹੈ ਜਿਹੜੇ ਉਹਦੇ ਅੰਦੋਲਨ 'ਚ ਭਾਗ ਲੈ ਰਹੇ ਨੇ ਉਹਨਾਂ ਨੂੰ ਤਾਂ ਪਹਿਲੇ ਦਿਨ ਤੋਂ ਲੱਗ ਰਿਹਾ ਸੀ ਵੀ ਅਸੀਂ ਰਿੰਗ ਰੋਡ ਤੇ ਮਾਰਚ ਕਰਾਂਗੇ। ਫਿਰ ਉਹ ਰਿੰਗ ਰੋਡ ਤੋਂ ਪਾਸੇ ਹਟਣਾ ਜਾਂ ਤਾਂ ਚੰਗਾ ਹੁੰਦੀ ਸਰਕਾਰ ਪਹਿਲਾਂ ਸਾਰਾ ਕੁਛ ਇਹ ਕਲੀਅਰ ਕਰਦੀ ਕਿ ਤੁਹਾਨੂੰ ਅਸੀਂ ਆਹ ਰਸਤੇ ਮਾਰਕ ਕਰਾਂਗੇ, ਜਾਂ ਉਹਨਾਂ ਦਾ ਕੋਈ ਮਤਲਬ ਉਹਦੇ ਤਹਿਤ ਸਮਝੌਤੇ ਦੇ ਤਹਿਤ ਕਹਿ ਲਓ ਜਾਂ ਐਕਸਚੇਂਜ ਆਫ ਵਰਡਸ ਦੇ ਤਹਿਤ ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ, ਤੇ ਜਿਹਦੇ ਤਹਿਤ ਦੋਨੇ ਸਹਿਮਤ ਹੋ ਜਾਂਦੇ ਕਿ ਇਸ ਰੂਟ ਤੇ ਚੱਲੇ, ਇਸ ਰੂਟ ਤੇ ਚਲੇ ਜਾਓ। ਹੁਣ ਬਿਲਕੁਲ 11th ਆਵਰ ਜਿਹੜਾ ਆਵਰ ਤੇ ਐਨ ਅਖੀਰਲੇ ਮੌਕੇ ਤੇ ਉਹਨਾਂ ਦੀ ਸੰਗੀ ਘੁੱਟ ਕੇ ਵੀ ਤੁਸੀਂ ਇੱਧਰ ਜਾਓ। ਦੂਸਰਾ, ਸਰਕਾਰ ਵੱਲੋਂ ਮੇਰੇ ਖਿਆਲ 'ਚ ਇਹ ਇੱਕ ਮੈਸੇਜ ਬਹੁਤ ਮਾੜਾ ਦਿੱਤਾ ਗਿਆ, ਜਿਹੜਾ ਉਦੋਂ ਮੌਕੇ ਤੇ ਲੀਡਰਸ਼ਿਪ ਨੂੰ ਮੰਨਣਾ ਪਿਆ, ਸ਼ਾਇਦ ਉਹਨਾਂ ਕੋਲੇ ਕੋਈ ਹੱਲ ਨਾ ਹੋਵੇ, ਕਿ ਜਿੱਥੇ ਜਿਹੜੇ ਬਾਰਡਰਾਂ ਤੇ ਬੈਠੇ ਹੋ ਤੁਸੀਂ ਅੱਡ ਅੰਦੋਲਨ ਕਰੋ। ਮਤਲਬ ਜਦੋਂ ਇੱਕੋ ਪਰਪਸ ਲਈ, ਪਹਿਲਾਂ ਤਾਂ ਮੈਂ ਇਹ ਲੱਗ ਰਿਹਾ ਮੈਨੂੰ ਕਿ ਸਰਕਾਰ ਆਪਣੀ ਇਹ ਸਟ੍ਰੈਟਜੀ 'ਚ ਕਾਮਯਾਬ ਰਹੀ, ਜਿਹਨੂੰ ਉਹਨੂੰ ਭਰਮ ਹੈ ਕਿ ਅਸੀਂ ਕਾਮਯਾਬ ਹਾਂ, ਕਿ ਅਸੀਂ ਅੰਦੋਲਨ ਨੂੰ ਜੀ 5 ਭਾਗਾਂ 'ਚ ਵੰਡਤਾ ਤਾਂ ਕਿ ਲੋਕਾਂ ਨੂੰ ਇਹ ਲੱਗੇ ਉਹਨਾਂ ਦੀ ਤਾਕਤ ਨਾ ਬਣ ਸਕੇ। ਪਰ ਇਹ ਦੂਜੇ ਪਾਸੇ ਉਹਨਾਂ ਨੂੰ ਇਰੀਟੇਟ ਵੀ ਕਰਦੀ ਹੋਊਗੀ ਨਾ ਇਹ ਗੱਲ ਵੀ, ਮਤਲਬ ਜਦੋਂ ਅਸੀਂ ਕਿਸਾਨ ਇੱਕ ਮੰਤਵ ਲਈ ਆਏ ਹਾਂ, ਸਾਡਾ ਅੰਦੋਲਨ ਕਿਉਂ ਨਹੀਂ ਸਾਨੂੰ ਇੱਕੋ ਥਾਂ ਤੇ ਬੈਠਣ ਦਿੱਤਾ ਜਾਂਦਾ, ਉਹ ਅੰਦੋਲਨ ਸਾਨੂੰ ਕਿਉਂ ਨਹੀਂ ਕਰਨ ਦਿੱਤਾ ਜਾਂਦਾ। ਮਾਨਯੋਗ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਅੰਦੋਲਨ ਦਾ ਤੁਹਾਨੂੰ ਅਧਿਕਾਰ ਹੈ, ਤੇ ਫਿਰ ਸਰਕਾਰ ਅੰਦੋਲਨ ਕਿਉਂ ਨਹੀਂ ਕਰਨ ਦੇ ਰਹੀ? ਮਤਲਬ ਇਹ ਚੀਜ਼ ਨਾਲ ਦੇਖੋ, ਮੈਂ ਫਿਰ ਕਹਿਣਾ, ਮੈਂ ਇਹ ਨਹੀਂ ਕਹਿੰਦਾ ਕਿ ਕਿਸਾਨਾਂ ਨੂੰ ਉਹ ਜਿਹੜੀ ਵਾਇਲੈਂਸ ਹੈ ਕਰਨੀ ਚਾਹੀਦੀ ਹੈ, ਨਹੀਂ, ਕਿਸਾਨਾਂ ਨੂੰ ਵਾਇਲੈਂਸ ਨਹੀਂ ਕਰਨੀ ਚਾਹੀਦੀ, ਨੌਨ ਵਾਇਲੈਂਸ ਨਾਲ ਹੀ ਅੰਦੋਲਨ ਕਾਮਯਾਬ ਹੋਇਆ ਕਰਦੇ ਨੇ। ਪਰ ਇਹਦੇ ਵਿੱਚ ਸਰਕਾਰ ਦਾ ਬਹੁਤ ਵੱਡਾ ਰੋਲ ਇਹ ਹੈ ਕਿ ਸਰਕਾਰ ਪਹਿਲਾਂ ਉਹਨਾਂ ਨੂੰ ਅੱਡ ਬਿਠਾਉਣ 'ਚ ਕਾਮਯਾਬ ਹੋ ਗਈ, ਹੁਣ ਅਖੀਰਲੇ ਦਮ ਤੇ ਅਖੀਰਲੇ ਵਕਤ ਤੇ ਆ ਕੇ ਵੀ ਨਹੀਂ ਜੀ ਇੱਧਰੋਂ ਤੁਹਾਡਾ ਅੰਦੋਲਨ ਇੱਧਰ ਅੱਡ ਰਹੂਗਾ, ਤੁਹਾਡਾ ਅੱਡ ਰਹੂਗਾ, ਸਿੰਘੂ ਬਾਰਡਰ ਵਾਲਿਆਂ ਦਾ ਅੱਡ ਰਹੂਗਾ। ਕਿਉਂ? ਮਤਲਬ ਚੰਗਾ ਹੋਵੇ ਕਿ ਸਰਕਾਰ ਉਹਨਾਂ ਨੂੰ ਕਹਿੰਦੀ ਕਿ ਤੁਸੀਂ ਅੱਛਾ, ਫਿਰ ਉਹਨਾਂ ਨੂੰ ਜੇ ਤੁਸੀਂ ਕਹੋ ਵੀ ਤੁਸੀਂ ਬਾਹਰਲੀ ਸੜਕ ਤੇ ਕਰ ਲਓ, ਅਲਟੀਮੇਟਲੀ ਲੋਕਾਂ ਦੀ ਸਿੰਪਥੀ ਲੈਣ ਲਈ ਅੰਦੋਲਨ ਲੋਕਾਂ ਨੂੰ ਹੀ ਦਿਖਾਉਣੇ ਹੁੰਦੇ ਨੇ। ਮਤਲਬ ਉਹਨਾਂ ਦੀ ਵੀ ਇੱਛਾ ਇਹ ਹੈ ਵੀ ਦਿੱਲੀ ਦੇ ਵਿੱਚ ਇੰਨੇ ਕਰੋੜ ਜਨਤਾ ਰਹਿੰਦੀ ਹੈ, ਉਹ ਦੇਖੇ ਵੀ ਕਿੰਨੇ ਕੁ ਕਿਸਾਨ ਨੇ। ਅੱਛਾ, ਫਿਰ ਉਹਨਾਂ ਨੂੰ ਜਿਹੜਾ ਮਤਲਬ ਰੋਜ਼ ਕੋਈ ਨਾ ਕੋਈ, ਮੈਂ ਤੁਹਾਡੇ ਨਾਲ ਹੀ ਚੈਨਲ ਤੇ ਪਹਿਲਾਂ ਕਹੀ ਸੀ ਕਿ ਇਹ ਬਹੁਤ ਬੁਰੀ ਗੱਲ ਹੈ ਕਿ ਜਦੋਂ ਮੰਤਰੀ ਲੈਵਲ ਦੇ ਲੋਕ, ਮਤਲਬ ਤੋਮਰ ਸਾਹਿਬ ਤੇ ਸੋਮਨਾਥ ਮੀਟਿੰਗ 'ਚ ਹੋਣ ਤੇ ਇੱਕ ਹੋਰ ਖੇਤੀਬਾੜੀ ਮੰਤਰੀ ਇਹ ਕਹਿ ਦੇਵੇ ਵੀ ਇਹ ਮੁੱਠੀ ਭਰ ਲੋਕ ਨੇ, ਇਹ ਅੰਦੋਲਨਕਾਰੀ ਫਲਾਣੇ ਨੇ, ਵੱਖਵਾਦੀ ਨੇ, ਇਹ ਕਿਸਾਨ ਹੀ ਨਹੀਂ ਹੈਗੇ। ਬੀਜੇਪੀ ਦੇ ਰੋਜ਼ ਵਕਤਾ
ਜਿਹੜੇ ਹਰ ਗੋਦੀ ਮੀਡੀਆ ਵਾਲੇ ਚੈਨਲਾਂ ਤੇ ਰੋਜ਼ ਆ ਕੇ ਕਹਿੰਦੇ ਨੇ ਵੀ ਤਾਂ ਕਿਸਾਨ ਹੀ ਨਹੀਂ ਹੈਗੇ, ਇਹ ਤਾਂ ਕਿਸਾਨ ਹੀ ਨਹੀਂ ਹੈਗੇ। ਤਾਂ ਉਹਨਾਂ ਨੂੰ ਇੰਨਾ ਇਰੀਟੇਟ ਕਰਨਾ ਮੇਰੇ ਖਿਆਲ ਮੁਤਾਬਕ ਸਰਕਾਰ ਦੀ ਕੋਈ ਬਾਹਲੀ ਸਿਆਣਪ ਵਾਲੀ ਗੱਲ ਨਹੀਂ। ਤੁਸੀਂ ਗੋਦੀ ਮੀਡੀਆ ਦੀ ਗੱਲ ਕਰ ਰਹੇ ਸੀ, ਗੋਦੀ ਮੀਡੀਆ ਹੁਣ ਵੀ ਜਿਹੜਾ ਉਹ ਪ੍ਰਚਾਰ ਲਗਾਤਾਰ ਅਸੀਂ ਜਦੋਂ ਤਸਵੀਰਾਂ ਦੇਖ ਰਹੇ ਸੀ, ਉਹ ਨੈਸ਼ਨਲ ਚੈਨਲ ਜਿਹੜੇ ਨੇ, ਜਿਹੜੇ ਸਰਕਾਰ ਨੂੰ ਹੀ ਪ੍ਰਮੋਟ ਆਪਾਂ ਕਹਿ ਲਈਏ ਕਿ ਇੱਕ ਤਰੀਕੇ ਨਾਲ ਕਰਦੇ ਨੇ, ਉਹ ਲਗਾਤਾਰ ਇਹੀ ਗੱਲ ਕਹਿ ਰਹੇ ਨੇ ਕਿ ਉੱਥੇ ਜਿਹੜੇ ਕਿਸਾਨਾਂ ਦੀ ਥਾਂ ਤੇ ਦਹਿਸ਼ਤਗਰਦਾਂ ਦੀ ਪੁਲਿਸ ਦੇ ਨਾਲ ਜਿਹੜੀ ਉਹ ਉਪਦਰਵੀ, ਜਿਵੇਂ ਉਹ ਹਿੰਦੀ 'ਚ ਬੋਲਦੇ ਨੇ ਕਿ ਉਪਦਰਵੀ ਨੇ, ਇਹਨਾਂ ਦੀ ਪੁਲਿਸ ਦੇ ਨਾਲ ਟੱਕਰ ਲੱਗ ਰਹੀ ਹੈ, ਪੁਲਿਸ ਦੇ ਉੱਤੇ ਵਾਰ ਕਰਨ ਦੇ ਲਈ ਇਹਨਾਂ ਦੇ ਹੱਥ 'ਚ ਲਾਠੀਆਂ ਨੇ, ਪੱਥਰ ਨੇ, ਪਰ ਉਹਨਾਂ ਨੂੰ ਦੂਜੀ ਤਸਵੀਰ ਨਹੀਂ ਦਿਖਦੀ ਕਿ ਇੱਧਰ ਵੀ ਲਾਠੀਆਂ ਪੱਥਰ ਹੈਗੇ ਨੇ, ਇੱਧਰੋਂ ਵੀ ਗੋਲੇ ਛੱਡੇ ਜਾ ਰਹੇ ਨੇ, ਬਰਾਬਰ ਸਿਰ ਪਾੜੇ ਜਾ ਰਹੇ ਨੇ। ਤਾਂ ਜਵਾਬੀ ਕਾਰਵਾਈ ਕੋਈ ਨਾ ਕੋਈ ਤਾਂ ਹੋਏਗੀ ਨਾ। ਉਹੀ ਗੱਲ, ਜਿਵੇਂ ਜੇ ਪੁਲਿਸ ਸਿੱਧਾ ਪਹਿਲੇ ਦਿਨ ਤੋਂ ਸਰਕਾਰ ਸਿੱਧਾ ਰਾਹ ਦੇ ਦਿੰਦੀ ਕਿ ਉਹਨਾਂ ਨੇ ਕਿਹਾ ਆਊਟਰ ਰਿੰਗ ਰੋਡ, ਤਾਂ ਉਹ ਰਿੰਗ ਰੋਡ ਦੇ ਦਿੰਦੀ, ਨਾਲੇ ਪੁਲਿਸ ਦਾ ਭਲਾ, ਨਾਲੇ ਉੱਥੇ ਸ਼ਾਂਤੀ ਬਣੀ ਰਹਿੰਦੀ। ਨਹੀਂ, ਮੈਂ ਇਹ ਕਹਿੰਦਾ ਚਾਹੇ ਉਹ ਰਿੰਗ ਰੋਡ ਨਾ ਵੀ ਦਿੰਦੀ, ਜੇ ਕਿਸਾਨਾਂ ਨਾਲ ਪਹਿਲੇ ਦਿਨ ਤੋਂ ਸਹਿਮਤੀ ਨਾਲ ਕੋਈ ਵਿਚਾਰ ਪੈਦਾ ਹੁੰਦਾ ਤਾਂ ਕਿਸਾਨ ਲੀਡਰਸ਼ਿਪ ਪਹਿਲਾਂ ਹੀ ਉਹਨਾਂ ਨੂੰ ਆਸ ਇਹ ਵਧਾਉਂਦੇ ਵੀ ਆਪਾਂ ਇਸ ਰੋਡ ਤੇ ਜਾਵਾਂਗੇ, ਏ ਰੋਡ, ਬੀ ਰੋਡ, ਜ਼ਰੂਰੀ ਨਹੀਂ ਵੀ ਉਹ ਰਿੰਗ ਰੋਡ ਹੁੰਦੀ ਨਾ। ਮਤਲਬ ਪਹਿਲੇ ਦਿਨ ਤੋਂ ਜਦੋਂ ਮੈਂ ਤੁਹਾਨੂੰ ਕਹਿ ਰਿਹਾ ਕਿ ਆਪਾਂ ਇਹ ਕੰਮ ਕਰਾਂਗੇ, ਇਹ ਕਰਾਂਗੇ, ਤੇ ਐਂਡ ਤੇ ਮੈਂ ਵੀ ਕਹੂੰਗਾ ਵੀ ਆਪਾਂ ਹੁਣ ਇਹ ਨਹੀਂ ਕਰਾਂਗੇ, ਤਾਂ ਸਵਾਲ ਮੇਰੇ ਤੇ ਵੀ ਆਉਂਦੇ ਨੇ ਵੀ ਹੁਣ ਆਪਾਂ ਇਹ ਕਿਉਂ ਨਹੀਂ ਕਰਾਂਗੇ। ਅੱਛਾ, ਦੂਜਾ ਇਹ ਹੈ, ਇਹ ਜਿਹੜਾ ਗਰੁੱਪਿਜ਼ਮ ਹੁੰਦਾ ਨਾ, ਇਹ ਜ਼ਰੂਰ ਮੈਨੂੰ ਇਹ ਗੱਲ ਦੀ ਸਮਝ ਆਉਂਦੀ ਹੈ ਕਿ ਇਹ ਕਿਸਾਨਾਂ ਵਿੱਚ ਵੀ ਹੋਵੇਗਾ, ਪਰ ਇਹ ਗਰੁੱਪਿਜ਼ਮ ਦਾ ਅਰਥ ਮੈਨੂੰ ਇਹ ਲੱਗ ਰਿਹਾ ਵੀ ਇਹ ਸਰਕਾਰ ਤੇ ਵੀ ਹੋਵੇਗਾ। ਯੂਪੀ ਤੇ ਹਰਿਆਣਾ ਦੇ ਵਿੱਚ ਦੋਵੇਂ ਬੀਜੇਪੀ ਦੀਆਂ ਸਰਕਾਰਾਂ ਨੇ, ਪ੍ਰਮਾਤਮਾ ਕਰੇ ਨਾ ਹੋਵੇ, ਦੋਨਾਂ ਥਾਵਾਂ ਤੇ ਕੋਈ ਸਟੇਟ 'ਚ ਗੜਬੜ ਨਹੀਂ ਹੋਈ। ਮੈਨੂੰ ਇਹਨਾਂ ਦਾ ਗਰੁੱਪਿਜ਼ਮ ਦਾ ਅਸਰ ਇਹ ਵੀ ਹੈ, ਮੇਰਾ ਖਿਆਲ ਹੈ ਉਹਨਾਂ ਨੂੰ ਵੀ ਇਹ ਹੈ ਵੀ ਉਹਨਾਂ ਨੇ ਅੰਦਰ ਖਾਤੇ ਇਨਫੋਰਮਲ ਤੌਰ ਤੇ ਕਿਸਾਨ ਯੂਨੀਅਨ ਨਾਲ ਕਿਤੇ ਨਾ ਕਿਤੇ ਕੋਈ ਜਥੇਬੰਦੀ ਨਾਲ ਮਤਲਬ ਉਹਨਾਂ ਦਾ ਸੰਪਰਕ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਹੋਏਗਾ ਵੀ ਤੁਸੀਂ ਆਪਣੀ ਸਟੇਟ 'ਚ ਨਾ ਕਰੋ, ਦਿੱਲੀ ਜੋ ਮਰਜ਼ੀ ਕਰ ਲਓ, ਇੱਥੇ ਨਾ ਕੋਈ ਗੜਬੜ ਕਰੋ। ਔਰ ਉਸੇ ਤਹਿਤ ਮਤਲਬ ਹਰਿਆਣੇ ਦੇ ਸੀਐਮ ਨੇ ਸਿਆਣਪ ਕੀਤੀ ਹੈ, ਉਹ ਕਰਨਾਲ ਛੱਡ ਕੇ ਪੰਚਕੂਲੇ ਆ ਗਿਆ ਝੰਡਾ ਚਲਾਉਣ, ਵੀ ਤਾਂ ਕਿ ਉੱਥੇ ਕਰਨਾਲ ਬਹੁਤ ਨੇੜੇ ਹੈ, ਆਪਾਂ ਜਿੰਨਾ ਕੁ ਮਤਲਬ ਜਿਵੇਂ ਇਹਨਾਂ ਨੇ ਸਿਆਣਪ ਕੀਤੀ ਹੈ ਉਹ ਸਰਕਾਰ ਤੋਂ ਹੋਈ ਨਹੀਂ। ਮਤਲਬ ਹੁਣ ਉਹਨਾਂ ਨੂੰ ਉਪਦਰਵੀ ਕਹਿਣਾ, ਇਹ ਕਹਿਣਾ। ਦੂਸਰਾ, ਗੋਦੀ ਮੀਡੀਆ ਦੀ ਜਿਹੜੀ ਮੈਂ ਗੱਲ ਕਹਿਣਾ, ਜਿਹੜੇ ਉਹ ਚੈਨਲ ਨੇ, ਅੱਜ ਤੱਕ ਉਹ ਚੈਨਲਾਂ ਨੇ ਨਹੀਂ ਸੀ ਕੁਛ ਦਿਖਾਇਆ, ਤੇ ਹੁਣ ਵੀ ਨਾ ਦਿਖਾਉਣ, ਅੱਜ ਵੀ ਸਾਰਾ ਦਿਨ ਪਰੇਡ ਦੀਆਂ ਗੱਲਾਂ ਦਿਖਾਉਣ ਨਾ, ਹੁਣ ਕਿਉਂ ਦਿਖਾ ਰਹੇ ਨੇ ਵੀ ਇੱਥੇ ਇਹ ਹੋ ਗਿਆ, ਇਹ ਹੋ ਗਿਆ, ਮਜਬੂਰੀ। ਬਸ ਇਹ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਕਿਸਾਨਾਂ ਨੇ 26 ਜਨਵਰੀ ਚੁਣਿਆ ਹੀ ਤਾਂ ਹੋਏਗਾ ਤਾਂ ਕਿ ਮੀਡੀਆ ਉਹਨੂੰ ਕਵਰ ਕਰੇ। ਉਸ ਦਿਨ ਇੰਟਰਨੈਸ਼ਨਲ ਮੀਡੀਆ, ਅੱਜ ਹਜ਼ਾਰਾਂ ਲੋਕ ਇੰਟਰਨੈਸ਼ਨਲ ਮੀਡੀਆ ਦੇ ਆਏ ਬੈਠੇ ਨੇ, ਤੇ ਦੇਖੋ ਇੰਟਰਨੈਸ਼ਨਲ ਲੈਵਲ ਤੇ ਗਈ ਗੱਲ, ਤੇ ਇਹੀ ਕਿਸਾਨਾਂ ਨੇ ਪਹੁੰਚਾਉਣੀ ਸੀ। ਤੇ ਦੇਖੋ ਹੁਣ ਦਿੱਲੀ ਦੇ ਲੋਕ ਕਿਵੇਂ ਖੜੇ ਹੋ ਕੇ ਦੇਖਦੇ ਨੇ ਉਹਨਾਂ ਨੂੰ। ਅੱਜ ਤਾਂ ਫੁੱਲਾਂ ਦੇ ਨਾਲ ਵੀ ਸਵਾਗਤ ਹੋ ਰਿਹਾ ਕਿਸਾਨਾਂ ਦਾ। ਲੋਕਾਂ ਦੀ ਕਈ ਵੀਡੀਓਜ਼ ਪਹਿਲਾਂ ਹੀ ਵਾਇਰਲ ਹੋਈਆਂ ਕਿ ਅਸੀਂ ਕਿਸਾਨਾਂ ਦਾ ਸਵਾਗਤ ਕਰਾਂਗੇ ਜੇ ਕਿਸਾਨ ਦਿੱਲੀ ਦੇ ਵਿੱਚ ਐਂਟਰ ਹੁੰਦੇ ਨੇ, ਤੇ ਹੁਣ ਕਿਸਾਨ ਦਿੱਲੀ ਵਿੱਚ ਨੇ। ਹੁਣ ਜੇਕਰ ਆਪਾਂ ਗੱਲ ਸਿਆਸਤ ਦੀ ਕਰੀਏ, ਇਹਦੇ ਵਿੱਚ ਸਿਆਸਤ ਲਗਾਤਾਰ ਉਹੀ ਬੀਜੇਪੀ ਵੱਲੋਂ ਕਿਹਾ ਜਾਂਦਾ ਕਿ ਇਹ ਵਿਰੋਧੀਆਂ ਦਾ ਕੰਮ ਹੈ। ਜਦੋਂ ਇਹਨਾਂ ਨੂੰ ਜੇ ਲੱਗਦਾ ਵੀ ਹੈ ਇੱਕ ਪੱਖ, ਚਲੋ ਵਿਰੋਧੀਆਂ ਨੇ ਇਹਨਾਂ ਨੂੰ ਉਕਸਾ ਦਿੱਤਾ, ਤਾਂ ਇਹ ਕਿਸਾਨਾਂ ਨੂੰ ਸ਼ਾਂਤ ਕਰ ਦੇਣ, ਮਸਲਾ ਆਪਣੇ ਆਪ ਹੱਲ ਹੋ ਜਾਂਦਾ, ਨਾ ਵਿਰੋਧੀਆਂ ਨੂੰ ਮੌਕਾ ਮਿਲੇ। ਸਗੋਂ ਉਹ ਜਿਹੜਾ ਜੇ ਵੋਟ ਬੈਂਕ ਦੀ ਵੀ ਗੱਲ ਕਰਨ ਤਾਂ ਉਹ ਸਾਰੇ ਕਿਸਾਨ ਜਿਹੜੇ ਨੇ ਉਹ ਬੀਜੇਪੀ ਦੇ ਖਾਤੇ ਵਿੱਚ ਜਾਏ, ਜੇ ਉਹ ਇਹ ਚਾਹੁੰਦੇ ਨੇ ਕਿ ਉਸ ਮਸਲੇ ਨੂੰ ਉਸ ਵੇਲੇ ਹੀ ਹੱਲ ਕਰਨਾ। ਪਰ ਹੁਣ ਤਾਂ ਗੱਲ ਬਹੁਤ ਅੱਗੇ ਵੱਧ ਚੁੱਕੀ ਹੈ, ਹੁਣ ਤਾਂ ਵੋਟਾਂ ਵਾਲੀ ਗੱਲ ਹੀ ਨਹੀਂ ਰਹਿ ਗਈ ਕੋਈ। ਜਿਹੜਾ ਇਹ ਬੀਜੇਪੀ ਵੱਲੋਂ ਇਹ ਸਰਕਾਰ ਤੇ ਮਤਲਬ ਜਿਹੜਾ ਸਰਕਾਰ ਦਾ ਜਿਹੜਾ ਇਹ ਪੱਖ ਹੈ ਨਾ ਕਿ ਉਹ ਕਾਂਗਰਸ ਤੇ ਦੋਸ਼ ਲਾਉਣਾ ਕਿ ਇਹਨਾਂ ਨੂੰ ਉਹ ਉਕਸਾ ਰਹੇ ਨੇ, ਉਹ ਉਕਸਾ ਰਹੇ ਨੇ, ਮੈਂ ਤਾਂ ਇਸ ਗੱਲ ਤੇ ਹੈਰਾਨ ਹਾਂ ਵੀ ਕਿਉਂ ਨਹੀਂ ਉਕਸਾਉਣਗੇ ਉਹ। ਮਤਲਬ ਅਸੀਂ ਤਾਂ ਸਗੋਂ ਆਪੋਜੀਸ਼ਨ ਨੂੰ ਇਸ ਕਰਕੇ ਨਿੰਦ ਰਹੇ ਹਾਂ ਕਿ ਆਪੋਜੀਸ਼ਨ ਦਾ ਰੋਲ ਨਹੀਂ ਨਿਭਾ ਰਹੀ। ਸਾਰੀ ਪਬਲਿਕ ਤਾਂ ਇਹ ਸਮਝ ਰਹੀ ਹੈ ਵੀ ਆਪੋਜੀਸ਼ਨ ਨੂੰ ਇਦੋਂ ਵੀ ਤਕੜੇ ਹੋ ਕੇ ਕਿਸਾਨਾਂ ਦੇ ਹਮਾਇਤ 'ਚ ਆਉਣਾ ਚਾਹੀਦਾ ਸੀ। ਔਰ ਇਹ ਕਿਸਾਨਾਂ ਦੀ ਤਕੜਾਈ ਹੈ, ਜਿਹੜੇ ਉਹ ਕਹਿ ਰਹੇ ਨੇ ਵੀ ਨਹੀਂ ਅਸੀਂ ਪੋਲੀਟੀਕਲੀ ਕਿਸੇ ਤੋਂ ਕੋਈ ਸਮਰਥਨ ਦੀ ਸਾਨੂੰ ਲੋੜ ਨਹੀਂ, ਉੱਦਾਂ ਸਮਰਥਨ ਦਿਓ ਪਰ ਅਸੀਂ ਪਲੇਟਫਾਰਮ ਤੁਹਾਨੂੰ ਨਹੀਂ ਦੇਣਾ। ਮਤਲਬ ਉਹ ਤੁਹਾਡੇ ਸਾਹਮਣੇ ਆ ਪੰਜਾਬ ਦੇ ਕਾਂਗਰਸੀਆਂ ਨਾਲ ਤਾਂ ਧੱਕਾ ਮੁੱਕੀ ਵੀ ਹੋਈ, ਪਰ ਹਾਲਾਂਕਿ ਮੈਨੂੰ ਇਹ ਲੱਗਦਾ ਵੀ ਉਸ 'ਚ ਇਸ ਲੀਡਰਸ਼ਿਪ ਦਾ ਕੋਈ ਬਾਹਲਾ ਹੈ ਨਹੀਂ। ਉਹ ਕਿਸੇ ਹੋਰ ਪੱਖ ਤੇ ਕੋਈ ਜਿਹੜਾ ਫੰਕਸ਼ਨ ਸੀਗਾ ਉਹ 'ਚ ਕੋਈ ਜਿਹੜਾ ਕੁਛ ਹੋਇਆ ਉਹ ਇੱਕ ਵੱਖਰਾ ਚੈਪਟਰ ਹੈ। ਉਹ ਮੈਂ ਤਾਂ ਇਹ ਹੈਰਾਨ ਹਾਂ ਕਿ ਜੇ ਬੀਜੇਪੀ ਨੂੰ ਸਿਆਸਤ ਕਰਨ ਦਾ ਅਧਿਕਾਰ ਹੈ ਤਾਂ ਬਾਕੀ ਰਾਜਨੀਤਿਕ ਪਾਰਟੀਆਂ ਨੂੰ ਸਿਆਸਤ ਕਰਨ ਦਾ ਅਧਿਕਾਰ ਕਿਉਂ ਨਹੀਂ ਹੈਗਾ? ਉਹ ਕਰਨਗੇ ਸਿਆਸਤ। ਹੁਣ ਤੱਕ ਬੀਜੇਪੀ ਨੇ ਕੀਤੀ। ਮੋਦੀ ਨੇ ਇਸ ਕਾਨੂੰਨ ਦਾ ਸਮਰਥਨ ਕੀਤਾ ਜਦੋਂ ਸੀਐਮ ਸੀ, ਆਪਣੇ ਜੇਤਲੀ ਨੇ ਇਸ ਕਾਨੂੰਨ ਦਾ ਸਮਰਥਨ ਕੀਤਾ, ਅਟਲ ਬਿਹਾਰੀ ਵਾਜਪਾਈ ਨੇ ਇਹ ਗੱਲ ਉਹਦੀਆਂ ਰਿਕਾਰਡਿੰਗਸ ਆਈਆਂ ਨੇ, ਸੁਸ਼ਮਾ ਸਵਰਾਜ ਦੀਆਂ ਆਈਆਂ ਨੇ, ਤੇ ਫਿਰ ਉਦੋਂ ਇਹ ਸਿਆਸਤ ਕਰਦੇ ਥੇ। ਜੇ ਹੁਣ ਕਾਂਗਰਸ ਕਰ ਰਹੀ ਹੈ ਜਾਂ ਹੋਰ ਵਿਰੋਧੀ ਪਾਰਟੀਆਂ ਕਰ ਰਹੀਆਂ ਨੇ ਤਾਂ ਕਿਉਂ ਨਾ ਕਰਨ। ਅੱਛਾ, ਇਸ ਦੇ ਵਿੱਚ ਮਤਲਬ ਜਿਹੜਾ ਕਹਿ ਦੇਣਾ ਕਿ ਇਹ ਮੁੱਠੀ ਭਰ ਨੇ। ਮਮਤਾ ਨੇ ਇੱਕ ਰੈਲੀ ਕੀਤੀ, ਉਹਦੇ ਵਿਰੋਧ 'ਚ ਤੁਸੀਂ ਦੇਖੋ ਨਾ, ਨੇਤਾ ਜੀ ਦਾ ਨਾਂ ਲੈ ਕੇ ਬੀਜੇਪੀ ਨੇ ਐਡੀ ਵੱਡੀ ਰੈਲੀ ਕੀਤੀ। ਜੇ ਕਿਸਾਨ ਮੁੱਠੀ ਭਰ ਨੇ, ਬੀਜੇਪੀ ਆਪਣੇ ਕਿਸਾਨਾਂ ਦੀ ਕਰਕੇ ਦੇਖੇ ਨਾ ਪੰਚਾਇਤ, ਲੋਕਾਂ ਨੂੰ ਦਿਖਾਵੇ ਵੀ ਸਾਡੇ ਨਾਲ ਜ਼ਿਆਦਾ ਨੇ।
ਉਹ ਦੇਖਿਆ ਸੀ ਨਾ ਉੱਥੇ ਹਰਿਆਣੇ 'ਚ ਇੱਕ ਰੈਲੀ ਕਰਕੇ ਦੇਖੀ ਸੀ ਨਾ, ਉਹਦੇ ਤੁਸੀਂ ਦੇਖ ਲਿਆ ਵੀ ਇਹਨਾਂ ਦੀ ਪੰਚਾਇਤ 'ਚ ਕਿੰਨੇ ਕੁ ਕਿਸਾਨ ਸੀ। ਸੋ ਇਸ ਕਰਕੇ ਜੋ ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਨੂੰ ਹਾਲੇ ਵੀ ਦੇਖੋ, ਸਰਕਾਰ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਨੇ, ਮੈਂ ਨਹੀਂ ਕਹਿੰਦਾ ਕਿ ਉਹ ਸਾਰੀ ਗੱਲ ਮੰਨ ਲੂਗੀ। ਸਰਕਾਰ ਨੂੰ ਹਾਲੇ ਵੀ ਘੱਟੋ ਘੱਟ ਇੱਕ ਠੋਸ ਸਟ੍ਰੈਟਜੀ ਲੈ ਕੇ ਆਉਣੀ ਚਾਹੀਦੀ ਹੈ। ਜੇ ਉਹ ਗੱਲਾਂ ਨਹੀਂ ਵੀ ਮੰਨ ਸਕਦੇ, ਜਾ ਕੇ ਉਹਨਾਂ ਦਾ ਉਹ ਨੀਤੀ ਨਹੀਂ ਹੈ, ਉਹਨਾਂ ਨੇ ਜਿਹੜੇ ਵੱਡੇ ਕਾਰਪੋਰੇਟ ਨੂੰ ਹੀ ਫਾਇਦਾ ਦੇਣਾ ਹੈ, ਤਾਂ ਹੋਰ ਬੜੇ ਤਰੀਕੇ ਨੇ। ਕੋਈ ਛੋਟਾ ਮੋਟੀ ਗੱਲ ਕਰਕੇ ਤਾਂ ਕਿਸਾਨਾਂ ਨੂੰ ਥੋੜ੍ਹਾ ਬਹੁਤਾ ਸਮਝਾ ਬੁਝਾ ਕੇ ਕੋਈ ਗੱਲ ਕਰੇ। ਮਗਰ ਇਹ ਇਸ ਤਰ੍ਹਾਂ ਜਿਹੜਾ ਨਾ ਤਾਂ ਇਹ ਦਮਨਕਾਰੀ ਨੀਤੀ ਨਾਲ ਫੇਲ ਹੋਣਾ ਹੈ, ਪਰ ਜਿਹੜੇ ਹੁਣ ਤੱਕ ਸਰਕਾਰ ਨੇ ਨਾ ਜਿਹੜੇ ਅੰਦੋਲਨ ਫੇਲ ਕੀਤੇ ਨੇ, ਮੈਨੂੰ ਇਹ ਲੱਗਦਾ ਉਹ ਝੂਠ ਤੇ ਫਰੇਬ ਦੀ ਨੀਤੀ ਨਾਲ ਫੇਲ ਕੀਤੇ ਨੇ। ਤੇ ਉਹ ਝੂਠ ਤੇ ਫਰੇਬ ਦੀ ਨੀਤੀ ਹੈ ਜਿਹੜੀ ਉਹ ਬਿੱਲੀ ਥੈਲੇ ਚੋਂ ਬਾਹਰ ਆ ਗਈ, ਉਹ ਹੁਣ ਇੱਥੇ ਨਹੀਂ ਚੱਲਣੀ। ਤੇ ਦਮਨਕਾਰੀ ਵੀ ਨੀਤੀ ਨਹੀਂ ਚੱਲਣੀ। ਸਰਕਾਰ ਜਿਹੜੀ ਹੈ ਨਾ ਉਹ ਮਾਂ ਪਿਓ ਹੋਇਆ ਕਰਦੀ ਹੈ ਪ੍ਰਜਾ ਦਾ। ਸਰਕਾਰ ਨੂੰ ਜ਼ਿੰਮੇਵਾਰੀ ਵਾਲਾ ਰੋਲ ਨਿਭਾਉਣਾ ਚਾਹੀਦਾ ਹੈ। ਪਰ ਹੁਣ ਜਿਹੜਾ ਹੁਣ ਮੇਰਾ ਆਖਰੀ ਸਵਾਲ ਆ, ਨਿਸ਼ਾਨਾ ਜਿਹੜਾ ਆ ਉਹ ਪਾਰਲੀਮੈਂਟ ਵੱਲ, ਬਜਟ ਸੈਸ਼ਨ ਹੋਣਾ। ਜਿਵੇਂ ਤੁਸੀਂ ਪਹਿਲਾਂ ਅਸੀਂ ਤੁਹਾਡੇ ਨਾਲ ਜਦੋਂ ਗੱਲਬਾਤ ਹੋਈ, ਤੁਸੀਂ ਉਦੋਂ ਹੀ ਕਿਹਾ ਕਿ ਪਾਰਲੀਮੈਂਟ ਵੱਲ ਹੁਣ ਅਗਲਾ ਨਿਸ਼ਾਨਾ ਹੋ ਸਕਦਾ ਹੈ, ਤੇ ਉਹ ਸੱਚਮੁੱਚ ਉਹ ਹੁਣ ਹੋਣ ਵੀ ਜਾ ਰਿਹਾ। ਇਹਨੂੰ ਕਿੱਦਾਂ ਦੇਖਦੇ ਹੋ ਕਿ ਪਾਰਲੀਮੈਂਟ ਤੱਕ ਜਦੋਂ ਘਿਰਾਓ ਹੋਏਗਾ, ਕੀ ਉਦੋਂ ਉਮੀਦ ਜਤਾ ਲਈ ਜਾਵੇ ਕਿ ਸਰਕਾਰ ਦੇ ਉੱਤੇ ਇੱਕ ਹੋਰ ਪ੍ਰੈਸ਼ਰ ਹੋਏਗਾ ਤੇ ਸ਼ਾਇਦ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਕੋਈ ਐਲਾਨ ਜਾਂ ਪਾਰਲੀਮੈਂਟ ਤੋਂ? ਅੱਜ ਤਾਂ ਲੋਕਾਂ ਨੇ ਕਿਹਾ ਕਿ ਤੁਸੀਂ ਜਿੱਥੋਂ ਰਾਜਪਥ ਤੋਂ ਜਿੱਥੋਂ ਵੀ ਭਾਸ਼ਣ ਦੇਣ ਲੱਗੇ ਹੋ, ਲਾਲ ਕਿਲੇ ਤੋਂ, ਉੱਥੋਂ ਮੋਦੀ ਸਾਹਿਬ ਐਲਾਨ ਕਰ ਦਿਓ ਖੇਤੀ ਕਾਨੂੰਨ ਰੱਦ ਕੀਤੇ, ਕਿਸਾਨ ਇਹੀ ਟਰੈਕਟਰ ਘਰਾਂ ਨੂੰ ਲੈ ਕੇ ਮੁੜ ਜਾਣਗੇ। ਤੇ ਹੁਣ ਪਾਰਲੀਮੈਂਟ ਵੱਲ ਧਿਆਨ ਚਲਾ ਗਿਆ ਕਿ ਅਗਲੀ ਗੱਲ ਜਿਹੜੀ ਆ ਪਾਰਲੀਮੈਂਟ ਦੇ ਘਿਰਾਓ ਦੇ ਦੌਰਾਨ ਹੋਏਗੀ। ਦੇਖੋ, ਜਿੱਥੋਂ ਤੱਕ ਤਾਂ ਇਹ ਦੇਖਣਾ ਨਾ ਕਿ ਸਰਕਾਰ ਤੇ ਦਬਾਅ ਕਿੰਨਾ ਹੈ, ਉਹ ਤਾਂ ਇਹ ਸਮਝ ਆ ਰਿਹਾ ਹੈ। ਕੱਲ੍ਹ ਮਾਨਯੋਗ ਰਾਸ਼ਟਰਪਤੀ ਜੀ ਨੇ, ਮੈਂ ਬੜੇ ਸਤਿਕਾਰਯੋਗ ਨੇ ਸਾਡੇ ਮੁਲਕ ਦੇ ਰਾਸ਼ਟਰਪਤੀ ਨੇ, ਮਾਨਯੋਗ ਰਾਸ਼ਟਰਪਤੀ ਦੇ ਦਫ਼ਤਰ ਤੋਂ ਇਹ ਗਲਤੀ ਹੋਈ ਹੈ ਕਿ ਉਹਨਾਂ ਨੇ ਕਾਨੂੰਨਾਂ ਤੇ ਦਸਤਖਤ ਕਰਨ ਲੱਗਿਆ ਕੋਈ ਚਿਰ ਨਹੀਂ ਲਾਇਆ, ਜਮੇ ਇਹ ਸਮਾਂ ਵੀ ਨਹੀਂ ਦਿੱਤਾ। ਹਾਲਾਂਕਿ ਕੰਟਰੋਵਰਸੀ ਪਹਿਲਾਂ ਹੋ ਗਈ ਸੀ, ਵਿਰੋਧੀ ਪਾਰਟੀਆਂ ਉਹਨਾਂ ਨੂੰ ਮਿਲ ਚੁੱਕੀਆਂ ਸੀ ਕਿ ਉਹ ਥੋੜ੍ਹਾ ਬਹੁਤਾ ਇਹੀ ਕਹਿੰਦੇ ਵੀ ਯਾਰ ਇਹਨੂੰ ਵਿਚਾਰ ਲਓ। ਉਹਨਾਂ ਨੇ ਬੜੀ ਤੇਜ਼ੀ ਨਾਲ ਇਹਨਾਂ ਨੂੰ ਪਾਸ ਕਰਤਾ, ਦਸਤਖਤ ਕਰਕੇ ਇਹ ਕਾਨੂੰਨ ਲਾਗੂ ਹੋ ਗਏ। ਕੱਲ੍ਹ ਜਦੋਂ ਮਾਨਯੋਗ ਰਾਸ਼ਟਰਪਤੀ ਜੀ ਦਾ ਮੈਂ ਭਾਸ਼ਣ ਸੁਣ ਰਿਹਾ ਸੀ, ਉਹ 'ਚ ਉਹ, ਹਾਲਾਂਕਿ ਉਹ ਜਿਹੜਾ ਸਰਕਾਰ ਦਾ ਭਾਸ਼ਣ ਹੀ ਦਿੰਦੇ ਹੁੰਦੇ ਨੇ, ਉਹ ਬਿਲਕੁਲ ਕਿਸਾਨਾਂ ਦੇ ਵਿਸ਼ੇ ਤੇ ਚਿੰਤਾ ਪ੍ਰਗਟਾਈ ਉਹਨਾਂ ਨੇ ਇਸ ਤਰੀਕੇ ਨਾਲ ਕਿ ਅਸੀਂ ਕਿਸਾਨਾਂ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਹਾਂ। ਇੱਕ ਸੰਦੇਸ਼ ਦਿੱਤਾ ਕਿ ਅਸੀਂ ਕਿਸਾਨਾਂ ਪ੍ਰਤੀ, ਕਿਸਾਨਾਂ ਦੀ ਆਮਦਨ ਪ੍ਰਤੀ ਚਿੰਤਾਤੁਰ ਹਾਂ। ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਇਹ ਸੰਦੇਸ਼ ਦੇਣਾ, ਅਦਰਵਾਈਜ਼ ਜ਼ਰੂਰੀ ਨਹੀਂ ਸੀ, ਚਾਹੇ ਉਹ ਕਿਸਾਨਾਂ ਦਾ ਨਾਮ ਵੀ ਨਾ ਲੈਂਦੇ ਤਾਂ ਵੀ ਕੋਈ ਖਾਸ ਗੱਲ ਨਹੀਂ ਸੀ, ਤਾਂ ਵੀ ਗਣਤੰਤਰ ਦਿਵਸ ਇੱਦਾਂ ਹੀ ਹੋਣਾ ਸੀ। ਸੋ ਉਹ ਨਾ ਲੈਣਾ, ਮੈਨੂੰ ਇਹ ਲੱਗ ਰਿਹਾ ਕਿ ਸਰਕਾਰ ਤੇ ਚਿੰਤਾ ਤਾਂ, ਕਿਉਂਕਿ ਜਿਹੜਾ ਰਾਸ਼ਟਰਪਤੀ ਦਾ ਭਾਸ਼ਣ ਹੁੰਦਾ ਉਹ ਸਰਕਾਰ ਦਾ ਲਿਖਿਆ ਹੋਇਆ ਹੁੰਦਾ ਹੈ, ਮੋਰ ਔਰ ਲੈਸ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਸਰਕਾਰ ਲਈ ਚਿੰਤਾ ਤਾਂ ਵੱਡੀ ਹੈਗੀ। ਦੂਸਰਾ ਇਹ ਹੈ ਕਿ ਜਿਹੜਾ ਤੁਸੀਂ ਇਹ ਦੱਸ ਰਹੇ ਹੋ, ਗੱਲ ਪੁੱਛ ਰਹੇ ਹੋ ਨਾ ਲੋਕ ਸਭਾ ਵਾਲੀ, ਉਹਦੇ ਵਿੱਚ ਇਹ ਹੈ ਵੀ ਜਿਸ ਕਿਸਮ ਨਾਲ ਇਹ ਬਿੱਲ ਕਾਹਲੀ ਨਾਲ ਗਲਤ ਤਰੀਕੇ ਨਾਲ ਪਾਸ ਕੀਤਾ ਗਿਆ, ਮਾਨਯੋਗ ਸੁਪਰੀਮ ਕੋਰਟ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਸੀ ਕਿ ਇਹ ਗਲਤ ਹੋਇਆ ਹੈ। ਪਰ ਹੁਣ ਚਲੋ ਸੁਪਰੀਮ ਕੋਰਟ ਤੇ ਆਪਾਂ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ। ਸੋ ਇਸ ਕਰਕੇ ਇਹ ਹੈ ਕਿ ਇਹ ਪਾਰਲੀਮੈਂਟ ਦੇ ਸੈਸ਼ਨ ਦੇ ਦੌਰਾਨ ਇਹਨਾਂ ਕੋਲ ਉਹ ਬਹਾਨਾ ਨਹੀਂ ਜਿਹੜਾ ਪਹਿਲਾਂ ਸੀ। ਪਹਿਲਾਂ ਇਹ ਸੀ ਨਾ, ਇਹ ਕਾਨੂੰਨ ਰੱਦ ਕਰਨੇ ਨੇ, ਉੱਥੇ ਸਰਕਾਰ ਨੇ ਇਹ ਨਹੀਂ ਕਿਹਾ ਵੀ ਅਸੀਂ ਰੱਦ ਕਰਨੇ ਹੀ ਨਹੀਂ ਹੈਗੇ। उस वेले सरकार नेगोशिएशन ये कह रही थी उसके लिए तो प्राइवेट सेशन बुलाना पड़ेगा, वो तो लंबे समय की बात है। हुण सेशन भी आ गया, हुण कर ले जिहड़ा सरकार ने करना। एक दूसरा सेशन के दौरान ना जिहड़ा जदों मीडिया कवर करता है वो च हुण विरोधी पार्टियां दे पैरां हेठों सारी जमीन निकल गई। जिहड़ी मर्जी पार्टी है उहनूं इस पार्लीमेंट दे विच एक कानूनां दे संबंध च किसान दे हक च बोलना पएगा। ये मजबूरी है उन्हां दी। हुण जे वो नहीं बोलणगे तां वो भी इसे दे नाल लपेटे च आ जाणगे। ते तीसरी गल जिहड़ी ये है ना कि इस च हुण पहलां जिहड़ा कही जांदे सी ना भी तां कल्ले इस नॉर्थ इंडिया दा हैगा। तुसीं देखो ना बंगलौर किड्डी वड्डी रैली हो चुकी, अज बॉम्बे किड्डे वड्डा इकट्ठ हो चुके हैं। हुण ये कहना बहुत औखा है भी ये तो मुट्ठी भर किसानां दा काम है। हाँ
ਇਹ ਕਿਹਾ ਜਾ ਸਕਦਾ ਹੈ ਵੀ ਇਹ ਸਾਡੇ ਵੱਡੇ ਅੰਦੋਲਨ 'ਚ ਮੁੱਠੀ ਪਰ ਉਪਦਰਵੀ ਵਿੱਚ ਐਂਟਰ ਹੋ ਗਏ। ਇਹ ਮੈਂ ਮੰਨ ਸਕਦਾ, ਇਹ ਪੋਸੀਬਿਲਿਟੀ ਪਈ ਹੁੰਦੀ ਹੈ, ਆਇਡੈਂਟੀਫਾਈ ਕਰਨਾ ਔਖਾ ਹੈ। ਇਹ ਪੋਸੀਬਿਲਿਟੀ ਇਸ ਗੱਲ ਦੀ ਪਈ ਹੋਈ ਹੈ। ਦੂਸਰਾ ਇਹ ਹੈ ਕਿ ਸਰਕਾਰ ਤੇ ਇੰਟੈਲੀਜੈਂਸੀ ਦਾ ਇਸ ਗੱਲ 'ਚ ਫੇਲੂਅਰ ਹੈ। ਅੱਜ ਮੈਂ ਦੇਖ ਰਿਹਾ ਸੀ, ਸ਼ਾਇਦ ਉਹ ਗਾਜੀਪੁਰ ਬਾਰਡਰ ਸੀ, ਮਤਲਬ ਉਹ ਉੱਤੇ ਪੁਲ ਦੇ ਚੜ੍ਹ ਕੇ ਪੁਲਿਸ ਉਹ ਚਲਾ ਰਹੀ ਹੈ ਅਥਰੂ ਗੈਸ। ਮੈਨੂੰ ਸਮਝ ਨਹੀਂ ਲੱਗਦੀ ਵੀ ਤੁਸੀਂ ਤਾਂ ਖੁਦ ਇੰਨੇ ਇਕੱਠ ਦੇ ਸਾਹਮਣੇ ਪੁਲਿਸ ਜੇ ਉੱਥੇ ਜੇ ਉਪਦਰਵੀ ਪੁਲਿਸ ਨੂੰ ਦੋਵੇਂ ਪਾਸੋਂ ਘੇਰ ਲੈਣ, ਉੱਥੇ ਕਿੱਧਰ ਜਾਵੇ ਪੁਲਿਸ? ਮਤਲਬ ਇਹ ਇੰਨੀ, ਮਤਲਬ ਮੈਨੂੰ ਤਾਂ ਸਟ੍ਰੈਟਜੀ ਦੀ ਇਹਨਾਂ ਤੇ ਹਾਸੀ ਆਉਂਦੀ ਹੈ। ਇਹ ਮੈਂ ਨਹੀਂ ਕਹਿੰਦਾ ਵੀ ਇਹ ਪੁਲਿਸ ਦੀ ਗਲਤੀ ਹੈ, ਬਿਲਕੁਲ ਨਹੀਂ। ਪੁਲਿਸ ਬੜੀ ਇੰਟੈਲੀਜੈਂਟ ਆ, ਸਾਡੀਆਂ ਜਿਹੜੀਆਂ ਇਹ ਫੋਰਸਸ ਨੇ ਬਹੁਤ ਇੰਟੈਲੀਜੈਂਟ ਨੇ, ਪਰ ਇਹਨਾਂ ਨੇ ਵੀ ਹੱਥ ਬੰਨ੍ਹ ਰੱਖੇ ਨੇ। ਇਹਨਾਂ ਨੂੰ ਪਤਾ ਨਹੀਂ ਕਿਉਂ ਸਰਕਾਰ ਨੂੰ ਉਹਨਾਂ ਦੀ ਗੱਲ ਸੁਣੇ ਬਿਨਾਂ ਕਿ ਕਿਹੜੀ ਸਟ੍ਰੈਟਜੀ ਨਾਲ ਇਹਨਾਂ ਨੂੰ ਕਾਬੂ ਕੀਤਾ ਜਾਵੇ। ਇਹਦੀ ਬਜਾਏ ਨਾ ਸਰਕਾਰ ਉਹਨੂੰ ਡਿਕਟੇਟ ਕਰਦੀ ਆ ਵੀ ਹਮੇ ਜ਼ਿਆਦਾ ਪਤਾ ਹੈ ਕਿ ਆਪ ਇਹ ਕਰੋ, ਆਪ ਉਹ ਕਰੋ। ਸੋ ਇਸ ਕਿਸਮ ਨਾਲ ਆਉਣ ਵਾਲਾ ਜਿਹੜਾ ਸਮਾਂ, ਇੱਕ ਤਾਂ ਪਾਰਲੀਮੈਂਟ ਦਾ ਜਦੋਂ ਸੈਸ਼ਨ ਚੱਲ ਰਿਹਾ ਹੁੰਦਾ ਨਾ, ਉਦੋਂ ਮੀਡੀਆ ਦੀ ਇੱਕ ਮਜਬੂਰੀ ਹੈ ਉਹਨੂੰ ਕਵਰ ਕਰਨਾ। ਉੱਥੋਂ ਖਬਰਾਂ ਨਿਕਲਣਗੀਆਂ। ਅੱਜ ਵੀ ਜਿਵੇਂ ਗੋਦੀ ਮੀਡੀਆ ਚਾਹੇ ਉਹ ਨੈਗੇਟਿਵ ਪਬਲਿਸਿਟੀ ਕਰੇ, ਪਰ ਅੱਜ ਮੋਦੀ ਮੀਡੀਆ ਇਹ ਨਹੀਂ ਕਹਿ ਸਕਦਾ ਵੀ ਅਸੀਂ ਕਵਰੇਜ ਨਹੀਂ ਕਰਨੀ। ਦੂਸਰਾ, ਸਰਕਾਰ ਤੇ ਕਿੱਡਾ ਵੱਡਾ ਪ੍ਰੈਸ਼ਰ ਆ ਗਿਆ। ਮਤਲਬ ਇਹ 2 ਦਿਨ ਕੱਲ ਦੁਪਹਿਰ ਤੱਕ ਇਹੀ ਚੱਲੀ ਜਾਣਾ ਸੀ ਵੀ ਰਾਸ਼ਟਰਪਤੀ ਜੀ ਨੇ ਝੰਡਾ ਫਹਰਾਇਆ, ਪਰੇਡ 'ਚ ਆਹ ਝਾਂਕੀ ਨਿਕਲੀ, ਆਹ ਝਾਂਕੀ ਨਿਕਲੀ। ਮਤਲਬ ਮੈਨੂੰ ਨਹੀਂ ਲੱਗਦਾ ਹੁਣ ਉਹਦੀ ਕੋਈ ਖਬਰ ਆਊਗੀ। ਈਵਨ ਗੋਦੀ ਮੀਡੀਆ ਵੀ ਨਹੀਂ ਦੇ ਸਕਦਾ। ਗੋਦੀ ਮੀਡੀਆ ਦਾ ਵੀ ਪ੍ਰੈਸ਼ਰ ਇਹ ਹੋਊਗਾ, ਭਾਵੇਂ ਕਿਸਾਨਾਂ ਦੇ ਉਲਟ ਉਹ ਪ੍ਰਚਾਰ ਕਰੇ, ਪਰ ਕਵਰੇਜ ਜ਼ਰੂਰ ਮਿਲੂਗੀ। ਕਿਹੜੀ ਮਿਲੂਗੀ, ਕਿ ਕਿੱਦਾਂ ਦੀ, ਉਹ ਠੀਕ ਹੈ ਟਵਿਸਟ ਦੇ ਦੇਣਗੇ। ਸੋ ਇਸ ਕਰਕੇ ਇਹ ਕਿਸਾਨਾਂ ਦੀ ਬੜੀ ਵੱਡੀ ਜਿੱਤ ਹੈ, ਕਿਸਾਨਾਂ ਦੀ ਜਿਹੜੀ। ਦੂਸਰਾ, ਜਿਹੜੀ ਕਿਸਾਨ ਲੀਡਰਸ਼ਿਪ ਹੈ ਨਾ, ਉਹ ਬਹੁਤ ਹੀ ਸਥਿਰ ਤਰੀਕੇ ਨਾਲ ਜਿਹੜਾ ਵੀ ਅੰਦੋਲਨ 'ਚ, ਮੈਂ ਉਹਨਾਂ ਦੀ ਖਬਰ ਸੁਣ ਰਿਹਾ ਸੀ, ਰਾਜੇਵਾਲ ਜੀ ਦੀ ਵੀ, ਸਾਰੇ ਲੀਡਰਾਂ ਦੀ ਇਕਜੁੱਟਤਾ ਨਾਲ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਤੁਹਾਡੇ ਕੁਝ ਕਿਸਾਨ ਜਿਹੜਾ ਤੈਅ ਰਸਤੇ ਤੋਂ ਦੂਸਰੇ ਪਾਸੇ ਚਲੇ ਗਏ, ਉਹ ਕਹਿੰਦੇ ਅਸੀਂ ਇਹਦੀ ਨਿੰਦਾ ਕਰਦੇ ਹਾਂ, ਤੇ ਜਿੱਥੇ ਹਿੰਸਾ ਹੋਈ ਹੈ ਉਹਦੀ ਵੀ ਨਿੰਦਾ ਕਰਦੇ ਹਾਂ। ਸੋ ਇਸ ਕਰਕੇ ਲੀਡਰਸ਼ਿਪ ਬੜੀ ਕਲੀਅਰ ਹੈ। ਫਿਰ ਮੈਂ ਕਹਿਣਾ ਕਿ ਇਹਦੇ ਵਿੱਚ ਕੋਈ ਪਲਾਂਟ ਕੀਤੇ ਜਾ ਸਕਦੇ ਨੇ, ਸਰਕਾਰ ਵੱਲੋਂ ਵੀ ਕੀਤੇ ਜਾ ਸਕਦੇ ਨੇ, ਕਿਸੇ ਹੋਰ ਧਿਰ ਨੂੰ ਵੀ ਇਸ ਦਾ ਫਾਇਦਾ ਉਠਾਇਆ ਜਾ ਸਕਦਾ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਮੇਰੇ ਮਨ 'ਚ ਇੱਕ ਖਦਸ਼ਾ ਇਹ ਹੈ ਕਿ ਪਤਾ ਨਹੀਂ ਕਿਉਂ ਮੈਨੂੰ ਇਹ ਲੱਗ ਰਿਹਾ ਨਾ, ਜਿਸ ਤਰ੍ਹਾਂ ਬੀਜੇਪੀ ਦੇ ਵਿੱਚ ਮੋਦੀ ਨਾਲੋਂ ਮਾਨਯੋਗ ਜਿਹੜੇ ਸਾਡੇ ਗ੍ਰਹਿ ਮੰਤਰੀ ਨੇ, ਉਹਨਾਂ ਦਾ ਵਿਰੋਧ ਜ਼ਿਆਦਾ ਹੈ। ਕਿਤੇ ਕਿਤੇ ਮੈਨੂੰ ਇਹ ਲੱਗਦਾ ਵੀ ਜਿਵੇਂ ਹੋਰ ਲੀਡਰਸ਼ਿਪ ਅੱਗੇ ਨਹੀਂ ਆ ਰਹੀ ਬੀਜੇਪੀ ਦੀ ਮਸਲਾ ਹੱਲ ਕਰਨ ਲਈ। ਜਿਵੇਂ ਆਪਾਂ ਗਰੁੱਪਿਜ਼ਮ ਦਾ ਐਲੀਗੇਸ਼ਨ ਇੱਧਰ ਲਾਉਂਦੇ ਹਾਂ, ਮੈਨੂੰ ਇਹ 'ਚੋਂ ਸਮੈਲ ਇੱਦਾਂ ਦੀ ਆ ਰਹੀ ਹੈ ਕਿ ਸਭ ਤੋਂ ਪਹਿਲਾਂ ਅਮਿਤ ਸ਼ਾਹ ਦਾ ਪਾਰਟੀ 'ਚ ਕੋਈ ਵਿਰੋਧ ਹੈ, ਜਿਹਦੇ ਕਰਕੇ ਹੋਮ ਮਿਨਿਸਟਰੀ ਜਿਹੜੀ ਹੈ, ਪੁਲਿਸ ਵਗੈਰਾ ਜਿਹੜੀ ਹੈ, ਇਹ ਠੀਕ ਹੈਂਡਲ ਨਹੀਂ ਕਰ ਪਾ ਰਹੀ। ਔਰ ਇਹਦੇ ਨਾਲ ਇਹ ਮੁੱਦਾ ਉੱਠੂਗਾ ਕਿ ਫਿਰ ਹੋਮ ਮਿਨਿਸਟਰ ਅਸਤੀਫਾ ਦੇਵੇ ਜੇ ਉਹ ਤੋਂ ਸਾਰਾ ਕੁਝ ਠੀਕ ਨਹੀਂ ਚੱਲਦਾ। ਜੇ ਕਿਸਾਨ ਜਾ ਕੇ ਤੈਅਸ਼ੁਦਾ ਰਸਤੇ ਤੋਂ ਭਟਕ ਕੇ ਲਾਲ ਕਿਲੇ 'ਤੇ ਜਾ ਕੇ, ਮਤਲਬ ਭਾਵੇਂ ਠੀਕ ਹੈ ਉਹਨਾਂ ਨੇ ਉੱਥੇ ਹਾਲੇ ਤੱਕ ਕੋਈ ਕੁਤਾਹੀ ਨਹੀਂ ਕੀਤੀ, ਜੇ ਉੱਥੇ ਜਾ ਕੇ ਝਾਂਕੀਆਂ ਦੇ ਵਿੱਚ ਜਿਹੜੀਆਂ ਉੱਥੇ ਮੈਂ ਦੇਖ ਰਿਹਾ ਸੀ ਤਿਰੰਗਾ ਫਹਿਰਾ ਰਹੇ ਨੇ, ਤਾਂ ਫੇਲੂਅਰ ਤਾਂ ਆਫਟਰ ਆਲ ਕਿਤੇ ਹੋਮ ਮਿਨਿਸਟਰੀ ਦਾ ਹੀ ਹੈ ਨਾ। ਚਾਹੇ ਉਹ ਇੰਟੈਲੀਜੈਂਸ ਫੇਲੂਅਰ ਹੈ, ਚਾਹੇ ਉਹ ਪੁਲਿਸ ਪ੍ਰਸ਼ਾਸਨ ਦਾ ਫੇਲੂਅਰ ਹੈ, ਕਿਉਂਕਿ ਉਹ ਦਿੱਲੀ ਦੇ ਵਿੱਚ ਦਿੱਲੀ ਦੇ CM ਦੀ ਸਰਕਾਰ ਦਾ ਹੈ ਨਹੀਂ। ਔਰ ਜੇ ਕਿਤੇ ਹੁੰਦਾ, ਹੁਣ ਇਹਨਾਂ ਨੇ ਗਵਰਨਰੀ ਰਾਜ ਲਾ ਦੇਣਾ ਸੀ ਉੱਥੇ ਇਮੀਡੀਏਟ, ਫਿਰ ਸਾਰੇ ਚੋਂ ਦੋਸ਼ੀ ਢਰਾ ਦੇਣਾ ਸੀ। ਮਤਲਬ ਇਸ ਕਰਕੇ ਜਿੱਥੇ ਕਿਤੇ ਹੋਰ ਹੁੰਦਾ ਹੈ, ਤੁਸੀਂ ਦੇਖੋ ਨਾ ਖਬਰਾਂ ਆ ਗਈਆਂ ਨੇ। ਕੱਲ ਸ਼ਰਦ ਪਵਾਰ ਜੀ ਨੇ ਕਿਹਾ ਕਿ ਗਵਰਨਰ ਕੋਲ ਕੰਗਣਾ ਰਣੌਤ ਨੂੰ ਮਿਲਣ ਲਈ ਦਾ ਟਾਈਮ ਹੈਗਾ, ਪਰ ਕਿਸਾਨਾਂ ਨੂੰ ਮਿਲਣ ਦਾ ਉਹਦੇ ਕੋਲ ਟਾਈਮ ਨਹੀਂ। ਉਹ ਇਕੱਲਾ ਇੱਥੇ ਨਹੀਂ, ਮਤਲਬ ਚਾਹੇ ਬੰਗਾਲ ਦਾ ਗਵਰਨਰ ਦੇਖ ਲਓ, ਉਹ ਉੱਥੇ ਹੀ ਕਹਿੰਦਾ ਹੈ। ਔਰ ਬੰਗਾਲ ਦੀ CM ਨੇ ਜਿਸ ਤਰ੍ਹਾਂ ਸਟੇਜ 'ਤੇ ਕਿਹਾ ਹੈ, ਉਹ 'ਚ ਕੀ ਸੱਚ ਹੈ ਕੀ ਝੂਠ ਹੈ, ਇਹਦੀ ਦਰਿਆਫਤ ਬਾਅਦ 'ਚ ਹੁੰਦੀ ਰਹੂਗੀ। ਪਰ ਜਿਸ ਕਿਸਮ ਨਾਲ ਨੇਤਾ ਜੀ ਦੇ ਨਾਂ 'ਤੇ 6 ਸਾਲ ਹੋ ਗਏ ਪ੍ਰਧਾਨ ਮੰਤਰੀ ਨੂੰ ਬਣੇ ਨੂੰ, ਨੇਤਾ ਜੀ ਉਦੋਂ ਵੀ ਇੱਥੇ ਸੀਗੇ, ਮੈਂ ਉਹਨਾਂ ਦਾ ਬਹੁਤ ਸਨਮਾਨ ਕਰਦਾ। ਨੇਤਾ ਜੀ ਦਾ ਵੱਡਾ ਯੋਗਦਾਨ ਹੈ ਆਜ਼ਾਦੀ ਦੇ ਅੰਦੋਲਨ 'ਚ, ਭਾਰਤ ਦੀ ਵਿਕਾਸ ਦੇ ਵਿੱਚ, ਤੇ ਉਹਦੇ ਵਿੱਚ ਕਦੇ ਯਾਦ ਨਹੀਂ ਕੀਤਾ। ਇਲੈਕਸ਼ਨਾਂ ਦੇ ਵਿੱਚ ਹੁਣ ਉਹਨਾਂ ਨੇ ਯਾਦ ਕੀਤਾ। ਔਰ ਯਾਦ ਕਰਨ ਦੇ ਵਿੱਚ ਮੈਨੂੰ ਨਹੀਂ ਪਤਾ ਉਹ 'ਚ ਸੱਚ ਕਿੰਨਾ ਹੈ, ਲੇਕਿਨ ਮੀਡੀਆ 'ਚ ਜਿਹੜੀ ਖਬਰ ਆਈ ਹੈ ਕਿ ਨੇਤਾ ਜੀ 'ਤੇ ਇੱਕ ਫਿਲਮ ਬਣੀ, ਉਹ ਫਿਲਮ ਦਾ ਇੱਕ ਪੋਸਟਰ ਜਿਹਨੇ ਐਕਟਰ ਸੀ ਜਿਹੜਾ ਉਹ ਬੰਗਾਲੀ ਸੀ, ਉਹ ਐਕਟਰ ਦੀ ਸ਼ਕਲ ਜਿਹੜੀ ਨੇਤਾ ਜੀ ਵਰਗੀ ਬਣਾਈ, ਮਤਲਬ ਰਾਸ਼ਟਰਪਤੀ ਨੇ ਉਹਦਾ ਪੋਰਟਰੇਟ ਰਿਲੀਜ਼ ਕਰਤਾ ਕੱਲ।
ਮਤਲਬ ਇੰਨੀ ਕਾਹਲ ਚ ਇੰਨੀ ਹੜਬੜੀ ਚ ਸਮਝ ਹੀ ਨਹੀਂ ਲੱਗਦੀ, ਉਹ ਚ ਲੈਣੇ ਦੇ ਦੇਣੇ ਪੈ ਗਏ ਵੀ ਇਹਦਾ ਨੇਤਾ ਜੀ ਦਾ ਪੋਰਟਰੇਟ ਹੀ ਨਹੀਂ ਹੈਗਾ ਜਿਹੜਾ ਤੂੰ ਰਿਲੀਜ਼ ਕਰੀ ਜਾਂਦਾ। ਮਤਲਬ ਇੰਨੀ ਕਾਹਲ ਪਤਾ ਨਹੀਂ ਕਿਉਂ ਹੈ, ਇਹ ਇੰਨਾ ਐਂ ਲੱਗ ਰਿਹਾ ਵੀ ਅਸੀਂ ਛੇਤੀ ਗ੍ਰੈਬ ਕਰ ਲਈਏ। ਸੋ ਇਸ ਕਿਸਮ 'ਚ ਸਰਕਾਰ, ਮੇਰਾ ਖਿਆਲ ਹੈ ਵੀ ਤੱਤ ਭੜਤੀ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਨਾ, ਮਤਲਬ ਉਹਨੂੰ ਹਰ ਗੱਲ ਹਾਲੇ ਤੱਕ ਸਰਕਾਰ ਨੂੰ ਪੁੱਠੀ ਪੈ ਰਹੀ ਹੈ। ਕਿਸਾਨਾਂ ਦਾ ਅੰਦੋਲਨ ਇਹ ਬਹੁਤ ਵੱਡਾ ਹੈ, ਐਡਾ ਅੰਦੋਲਨ ਮੈਂ ਨਹੀਂ ਪਹਿਲਾਂ ਪੜ੍ਹਿਆ ਕਿਤੇ ਹਿੰਦੁਸਤਾਨ 'ਚ, ਸ਼ਾਇਦ ਕੋਈ ਹੋਇਆ ਹੋਵੇ, ਮੇਰੀ ਬੁੱਧੀ 'ਚ ਨਾ ਆਇਆ ਕਿਤੇ ਉਹ ਨਾ। ਮਤਲਬ ਇਹ ਅੰਦੋਲਨ ਬਹੁਤ ਵੱਡਾ ਹੈ, ਔਰ ਐਡੇ ਵੱਡੇ ਅੰਦੋਲਨ 'ਚ ਨਾ ਜੇ ਕੋਈ ਆ ਛਿਟਪੁੱਟ ਘਟਨਾਵਾਂ ਹੋਈਆਂ ਨੇ, ਮੈਂ ਇਹਨਾਂ ਨੂੰ ਕੋਈ ਸੁਖਾਵੀਆਂ ਜਾਂ ਚੰਗੀਆਂ ਨਹੀਂ ਸਮਝਦਾ, ਪਰ ਫਿਰ ਵੀ ਇਹ ਬਹੁਤ ਛੋਟੀਆਂ ਨੇ ਹਾਲੇ ਤੱਕ। ਤੇ ਦੂਸਰਾ ਇਹ ਹੈ ਕਿ ਨਾ ਇਹ ਅੰਦੋਲਨ ਹੈ ਜਿਹੜਾ, ਇਹ ਦਮਨਕਾਰੀ ਨੀਤੀ ਨਾਲ, ਪੁਲਿਸ ਨਾਲ ਇਸ ਤਰ੍ਹਾਂ ਦਬਣ ਵਾਲਾ ਨਹੀਂ ਹੈ। ਬਿਲਕੁਲ, ਮਸਲਾ ਜਿਹੜਾ ਉਹ ਹੱਲ ਜਿਹੜਾ ਉਹ ਕਿਸਾਨਾਂ ਦੇ ਨਾਲ ਗੱਲਬਾਤ ਨਾਲ ਹੀ ਹੋਣਾ, ਜੇ ਅੱਗੇ ਗੱਲਬਾਤ ਹੋਏਗੀ। ਸ਼ੁਕਰੀਆ ਰਣ ਸਿੰਘ ਜੀ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ। ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਪੁਲਿਸ ਦੇ ਨਾਲ ਝੜਪ ਹੋਈ ਹੈ, ਜਾਂ ਅਗਲੇ ਸਮੇਂ ਦੇ ਵਿੱਚ ਪਾਰਲੀਮੈਂਟ ਦੀ ਘੇਰਾਬੰਦੀ ਕਰਨੀ ਹੈ, ਬੀਜੇਪੀ ਦੇ ਵਿੱਚ ਜਿਵੇਂ ਦੀ ਬੁਖਲਾਹਟ ਨਜ਼ਰ ਆ ਰਹੀ ਹੈ, ਉਹ ਸਭ ਨੂੰ ਲੈ ਕੇ ਕੀ ਕੁਝ ਅੱਗੇ ਨਿਕਲ ਕੇ ਸਾਹਮਣੇ ਆਉਂਦਾ, ਉਹਦੇ ਬਾਰੇ ਵਿਚਾਰ ਤੁਹਾਡੇ ਸਾਹਮਣੇ ਰੂਬਰੂ ਕਰਦੇ ਰਵਾਂਗੇ। ਮੈਨੂੰ ਇਜਾਜ਼ਤ ਦਿਓ। ਲੋਕਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਧੰਨਵਾਦ।